गुरु नानक अंगद गुरु अमरदास पदवंद रामदास अर्जन गुरु वर श्री हर गोबिंद हरे राय हरे कृष्ण गुरु तेग बहादुर चंद दसवें गोविंद सिंह गुरु नमो चरण अरविंद। श्री गुरु शब्द कमाए जन जीते पंच विकार तिन संतन को वंदना सिर चरणन पर थार। एक ओंकारा सतगुरु तेह प्रसाद सच हो। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहिगुरु साहिब जीओ। एक दिन मैं बैठियो हुतो आई दिज नारी कहत भई निज बारता चित अधिक दुखारी। सुनहो गुरु सिख मैं सुनियो तुमरो जस आछो। दीनन पर उपकार को करबे नित बांछो। एक दिन मैं बैठियो हुतो वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी अमृत वेले दा महानी सुंदर दीवान सज रहा है। गुरबाणी स्वरूप सतगुरु श्री गुरु ग्रंथ साहिब जी की प्रकाश सेवा हुई है। उपरांत गुरु नानक साहिब जी की रचना तो उच्चारण होया जपबाणी का जाप होया है। फिर गुरु नानक साहिब जी की रचना तो उच्चारण कीती हुई जो आसा दी वार है उसका शक्या शब्दों सहित संक्षेप रूप कीर्तन होया है। छेवें पातशाह मेरी पीरी दे मालिक सतगुरु हरगोबिंद साहिब जी का इतिहास चलिया हुआ है। आपां अगे तो अगे वो चल रहे इतिहास विच प्रसंग सुनते चले जा रहे हाँ। विधि चंद का प्रसंग इसे गुरु हरगोबिंद साहिब जी के इतिहास विच ही आ गया है क्योंकि माता नानकी जी ने जो गुरु हरगोबिंद साहिब जी की पत्नी सी उसने विधि के संबंध में पूछा भी वो घोड़े इस तरह किमें ले आया। ताप जी ने दसिया भी वाहिगुरु ने अकल बुद्धि ऐसी बख्शी है जो होर किसी विच नहीं है। वो सारियां दे देखदियां सुनदियां एहसास करदा
ਸਾਰਿਆਂ ਦੀ ਅਕਲ ਮਤ ਭੁਲਾ ਦਿੰਦਾ ਹੈ, ਹੋਸ਼ ਭੁਲਾ ਦਿੰਦਾ ਹੈ। ਸਾਰਿਆਂ ਦੇ ਦੇਖਦਿਆਂ ਦਿਖਣੇ ਸਭ ਇਹ ਕਰਿਆ ਆਉਂਦਾ ਕਰਤੱਵ। ਇਹ ਬੇਨਤੀ ਕੀਤੀ ਕਿ ਮਹਾਰਾਜ ਨੂੰ ਬੁਲਾਓ। ਵਿਧੀ ਚੰਦ ਨੂੰ ਬੁਲਾਇਆ, ਮਾਤਾ ਨੂੰ ਮੱਥਾ ਟੇਕਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਇਹ ਤੁਹਾਡੇ ਸੰਬੰਧ ਵਿੱਚ ਕੁਝ ਪੁੱਛਿਆ ਪੁਛਾਇਆ ਚਾਹੁੰਦੀ ਏ, ਤੁਸੀਂ ਕਿਵੇਂ ਪਹਿਲਾਂ ਕਰਤੱਵ ਕਰਦੇ, ਕਿਵੇਂ ਗੁਰੂ ਘਰ ਵਿੱਚ ਆਏ। ਇਸ ਨੇ ਮਾਤਾ ਨਾਨਕੀ ਜੀ ਨੂੰ ਆਪਣਾ ਪਿਛਲਾ ਜਿਹੜਾ ਜਨਮ ਤੋਂ ਲੈ ਕੇ ਜੋ ਕੀਤਾ ਕਰਤੱਵ ਕਰ ਰਹੇ ਸੀ ਉਹ ਦੱਸਣਾ ਸ਼ੁਰੂ ਕਰ ਦਿੱਤਾ। ਇੱਕ ਵਾਰੀ ਮੈਂ ਸਰਹਾਲੀ ਜਿੱਥੇ ਮੇਰੇ ਨਾਨਕੇ ਸੀ ਮਾਤਾ ਜੀ, ਉੱਥੋਂ ਮੱਝਾਂ ਜੀਆਂ ਕੱਢ ਕੇ ਆਪਣੇ ਨਗਰ ਸੁਰ ਸਿੰਘ ਵਾਲੇ ਲਿਜਾ ਰਿਹਾ ਸੀ ਤੇ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਨੂੰ ਪਤਾ ਚੱਲ ਗਿਆ। ਉਹ ਡਾਂਗਾਂ ਲੈ ਕੇ ਮਗਰ ਪੈ ਗਏ। ਭਾਵੇਂ ਮੈਂ ਦੌੜ ਤਾਂ ਫੇਰੀ ਲਾਈ, ਮੱਝਾਂ ਨੂੰ ਭਜਾਇਆ, ਪਰ ਫਿਰ ਵੀ ਉਹ ਨੇੜੇ ਆ ਪੁੱਜੇ ਜਿੱਥੇ ਚੋਲਾ ਨਗਰ। ਇੱਥੇ ਆ ਗਏ, ਤਲਾਬ ਵਿੱਚ ਮੱਝਾਂ ਬਾਲ ਦਿੱਤੀਆਂ ਤੇ ਗੁਰੂ ਕਾ ਸਿੱਖ ਭਾਈ ਅਦਰੀ ਸੀ, ਉਹਦੇ ਚਰਨੀ ਜਾ ਲੱਗਿਆ। ਉਹਨਾਂ ਨੂੰ ਕਿਹਾ ਜੀ ਬਚਾਓ, ਜਿਵੇਂ ਬਚਾਅ ਹੁੰਦਾ ਹੈ। ਅੱਗੇ ਤਾਂ ਮੈਂ ਇਹ ਨਹੀਂ ਕੀਤਾ ਕਰਾਂਗਾ ਤੇ ਤੁਹਾਡੀ ਹਜ਼ੂਰੀ ਵਿੱਚ ਹੀ ਰਹਾਂਗਾ। ਉਸ ਸਿੱਖ ਨੇ ਕਿਹਾ ਵੀ ਗੁਰੂ ਅਰਜਨ ਦੇਵ ਜੀ ਸਰਬ ਕਲਾ ਸਮਰੱਥ ਹੈ, ਉਹਨਾਂ ਦੀ ਤੂੰ ਸ਼ਰਨ ਪੈ ਜਾ, ਉਹਨਾਂ ਅੱਗੇ ਬੇਨਤੀ ਕਰ ਲਾ, ਉਹ ਤੇਰੀ ਇੱਜ਼ਤ ਤੋਂ ਰੱਖ ਲੈਣਗੇ। ਫਿਰ ਮਾਤਾ ਜੀ ਇਸ ਤਰ੍ਹਾਂ ਅਦਲੀ ਦੇ ਕਹਿਣ ਨਾਲ ਮੈਂ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਕੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਬਚਾਓ, ਬਾਕੀ ਰਹਿੰਦਾ ਜੀਵਨ ਤੁਹਾਡੀ ਹਜ਼ੂਰੀ ਵਿੱਚ ਹੀ ਆ ਕੇ ਲਿਖੇ ਲਾਵਾਂਗਾ। ਗੁਰੂ ਅਰਜਨ ਦੇਵ ਜੀ ਨੇ ਐਸੀ ਕਲਾ ਵਰਤਾਈ, ਜਿਹੜੀਆਂ ਕਾਲੀਆਂ ਬੱਝੀਆਂ ਸੀ ਸਾਰੀਆਂ ਹੀ ਭੂਰੇ ਰੰਗ ਦੀਆਂ ਕਰ ਦਿੱਤੀਆਂ। ਮੈਂ ਮੌਜ ਨਾਲ ਚੌਂਕੜਾ ਮਾਰ ਕੇ ਭਾਈ ਅਦਲੀ ਸਿੱਖ ਦੇ ਨੇੜੇ ਜੇ ਹੋ ਕੇ ਬੈਠ ਗਿਆ। ਅੱਖਾਂ ਮੀਚ ਕੇ ਵਾਏ, ਤਲਾਅ ਦੇ ਇੱਧਰ ਉੱਧਰ ਗੇੜੇ ਜੇ ਕੱਢੇ, ਪੈਰ ਦੇਖ ਰਹੇ ਹੈ। ਭਾਈ ਅਦਲੀ ਜੀ ਨੇ ਪੁੱਛ ਲਿਆ ਵੀ ਕਿਵੇਂ ਫਿਰਦੇ, ਚੱਕਰ ਜੇ ਮਾਰਦੇ ਹੋ। ਕਹਿਣ ਲੱਗੇ ਕੋਈ ਗੱਜਾਂ ਸਾਡੀਆਂ ਚਰਾ ਕੇ ਲੈ ਆਇਆ ਹੈ, ਤਲਾਅ ਵਿੱਚ ਹੀ ਆ ਰਹੀ, ਪੈੜ ਅੱਗੇ ਨਹੀਂ ਜਾ ਰਹੀ ਹੈ, ਦੇਖ ਰਹੇ ਹਾਂ। ਕਹਿੰਦੇ ਬਈ ਆ ਮੱਝਾਂ ਤਾਂ ਹੁਣ ਇਹਦੇ ਵਿੱਚ ਆਈਆਂ ਹਨ, ਤੁਸੀਂ ਦੇਖ ਲਓ। ਕਹਿੰਦੇ ਇਹ ਤਾਂ ਨਹੀਂ ਸਾਡੀਆਂ, ਕਿਉਂਕਿ ਸਾਡੀਆਂ ਤਾਂ ਸਾਰੀਆਂ ਹੀ ਕਾਲੇ ਰੰਗ ਦੀਆਂ, ਸਾਰੀਆਂ ਹੀ ਭੂਰੀਆਂ ਹਨ। ਇਹ ਗੁਰੂ ਕੇ ਸਿੱਖ ਵੀ ਤੂੰ ਦੱਸ ਜਿੱਧਰ ਨੂੰ ਲੈ ਕੇ ਗਿਆ ਹੈ ਅਸੀਂ ਉਹਦਾ ਪਿੱਛਾ ਕਰੀਏ। ਕਹਿਣ ਲੱਗੇ ਵੀ ਆ ਤੁਹਾਡੇ ਸਾਹਮਣੇ ਮੱਝਾਂ ਹੁਣ ਇੱਥੇ ਬੜੀਆਂ, ਆ ਬੈਠਾ ਇੱਥੇ ਚੌਕੜਾ ਮਾਰੀ, ਇਹ ਦੇਖ ਲਓ। ਤੇ ਗੁਰੂ ਮਹਾਰਾਜ ਨੇ ਕਲਾ ਵਰਤਾਈ ਹੋਈ ਸੀ, ਨਾ ਵਿਧੀ ਚੰਦ ਦਾ ਪਤਾ ਲੱਗਿਆ, ਨਾ ਉਹ ਮੱਝਾਂ ਦਾ। ਜੇ ਰੱਖਿਆ ਹੋ ਗਈ ਉਹ ਵਾਪਸ ਪਰਤ ਗਏ। ਭਾਈ ਅਦਰੀ ਨੇ ਕਿਹਾ ਵੀ ਵੇਖ ਲਾ, ਗੁਰੂ ਨੇ ਉੱਥੋਂ ਬੈਠਾ ਤੇਰੀ ਸਹਾਇਤਾ ਕਰ ਦਿੱਤੀ ਹੈ, ਹੁਣ ਵੀ ਤੂੰ ਸਿੱਖ ਸਜਾ ਉਹਨਾਂ ਦਾ। ਮੈਂ ਉਹਨਾਂ ਨੂੰ ਮਾਤਾ ਜੀ ਕਿਹਾ ਵੀ ਤੁਸੀਂ ਵੀ ਨਾਲ ਚੱਲੋ। ਫਿਰ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਮੈਂ ਸ਼ਰਨੀ ਟੱਪਿਆ, ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਆਪਣਾ ਸਿੱਖ ਸਜਾਓ। ਉਹਨਾਂ ਨੇ ਚਰਨਾਮਤ ਦੇ ਕੇ ਫਿਰ ਮੈਨੂੰ ਸਿੱਖ ਸਜਾ ਲਿਆ। ਅਦਲੀ ਜੀ ਨੇ ਸਾਰੀ ਗੱਲ ਕਰ ਦਿੱਤੀ ਵੀ ਬੜਾ ਕਿੱਤਾ ਆ ਕਰਦਾ ਰਿਹਾ। ਫਿਰ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਕਿਹਾ ਵੀ ਇਹ ਨਹੀਂ ਕਰਨਾ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ, ਚੋਰ ਕੀ ਹਮ ਕਰੇ ਨਾ ਕੋਈ, ਚੋਰ ਕੀ ਚੰਗਾ ਕਿਉਂ ਹੋਏ। ਵੀ ਜਿਹੜਾ ਚੋਰ ਹੈ ਨਾ ਉਹਦੀ ਕੋਈ ਵੀ ਮਨੁੱਖ ਹਮ ਹੀ ਨਹੀਂ, ਉਗਾਹੀ ਨਹੀਂ ਭਰਦਾ ਹੁੰਦਾ। ਜਿਹੜਾ ਚੋਰ ਨੇ ਚੋਰੀ ਦਾ ਕਰਤੱਵ ਕੀਤਾ ਉਹ ਭਲਾ ਚੰਗਾ ਕਿਵੇਂ ਹੋ ਸਕਦਾ ਹੈ। ਇਹ ਤਾਂ ਮਹਾਰਾਜ ਸਾਰਿਆਂ ਤੋਂ ਕੀਤਾ, ਇਹ ਨਿਮਿਤੋਂ ਕਰਨਾ ਹੈ। ਫਿਰ ਮੈਂ ਮਹਾਰਾਜ ਕੋਲ ਸੱਚ ਕਹਿ ਦਿੱਤਾ, ਮਹਾਰਾਜ ਇਹ ਤਾਂ ਸੁਭਾਅ ਪੈ ਚੁੱਕਿਆ ਹੈ, ਆਦਤ ਬਣ ਚੁੱਕੀ ਹੈ, ਤਾਂ ਰਿਹਾ ਨਹੀਂ ਜਾਂਦਾ ਹੈ।
ਜਿਵੇਂ ਭੂਮੀਆਂ ਚੋਰ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਜਦੋਂ ਮਿਲਿਆ ਜੁੜਿਆ ਸੀ, ਉਹਨੂੰ ਵੀ ਮਹਾਰਾਜ ਨੇ ਕਿਹਾ ਸੀ ਚੋਰੀ ਛੱਡ। ਉਹ ਹੱਥ ਜੋੜ ਕੇ ਵੀ ਇਹ ਵਿਧੇ ਚੰਦ ਵਾਂਗੂ ਕਿਹਾ ਸੀ ਕਿ ਮਹਾਰਾਜ ਮੁਸ਼ਕਿਲ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਹੱਸ ਕੇ ਕਿਹਾ ਵੀ ਚੰਗਾ, ਜੇ ਤੂੰ ਆਪਣਾ ਸੁਭਾਅ ਪੂਰਾ ਹੀ ਕਰਨਾ ਤੇ ਐ ਕਰ ਲਿਆ ਕਰ। ਇੱਕ ਤਾਂ ਗਰੀਬ ਦੇ ਘਰੇ ਨਹੀਂ ਕੋਈ ਜਾ ਕੇ ਚੁੱਕਣਾ ਲਿਆਉਣਾ ਹੈ, ਦੂਜਾ ਆਪਣੇ ਲਈ ਨਹੀਂ ਤੂੰ ਕੁਝ ਕਰਨਾ, ਲਾਲਚ ਕਰਕੇ ਨਹੀਂ ਲਿਆਉਣਾ ਹੈ। ਤੀਜਾ ਹੈ ਵੀ ਜੇ ਤੂੰ ਲੈ ਕੇ ਆਉਣਾ ਤੇ ਤਕੜੇ ਦੇ ਘਰੋਂ ਲੈ ਕੇ ਆਉਣਾ ਤੇ ਉਹ ਦੇਣਾ ਲਿਆ ਕੇ ਗਰੀਬ ਨੂੰ ਹੈ, ਜਿਹੜਾ ਲੋੜਵੰਦ ਹੈ। ਬਾਕੀ ਇੱਕ ਗੱਲ ਹੈ ਵੀ ਜਿਹਦਾ ਤੂੰ ਘਰ ਦਾ ਲੂਣ ਪਾਣੀ ਖਾਵੇਂ, ਉੱਥੋਂ ਨਹੀਂ ਕੋਈ ਚੱਕਣਾ ਹੈ। ਇਹ ਗੱਲਾਂ ਯਾਦ ਕਰਨੇ ਰੱਖਣੀਆਂ ਹਨ। ਕਹਿੰਦਾ ਮਹਾਰਾਜ ਮੈਨੂੰ ਮਨਜ਼ੂਰ ਹੈ। ਉਹ ਫਿਰ ਜਦੋਂ ਕਿਤੇ ਸੁਭਾਅ ਜਾਏ ਨੂੰ ਉੱਠਦਾ ਤੇ ਫਿਰ ਪਰਉਪਕਾਰ ਲਈ ਐਸਾ ਭੂਮੀਆਂ ਚੋਰ ਵੀ ਕਰ ਦਿੰਦਾ ਸੀ। ਇਸੇ ਤਰ੍ਹਾਂ ਕਿਸੇ ਗਰੀਬ ਦਾ ਕਾਰਜ ਸਾਰਨ ਵਾਸਤੇ ਇਸਨੇ ਰਾਜੇ ਦੇ ਘਰੇ ਜਾ ਕੇ ਐਸਾ ਕੋਈ ਚਰਾਇਆ ਸੀ। ਗਿਆ ਕਿਵੇਂ ਸੀ? ਐਨ ਪੂਰਾ ਜੈਂਟਲਮੈਨ ਬਣ ਕੇ, ਜਿਵੇਂ ਕੋਈ ਅਫਸਰ ਹੁੰਦਾ ਹੈ। ਤੇ ਜਦੋਂ ਉਹਨੂੰ ਕਿਹਾ ਸੀ ਮਹਾਰਾਜ ਨੇ ਵੀ ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ। ਪਹਿਰੇਦਾਰ ਪੁੱਛਣ ਲੱਗੇ ਵੀ ਤੂੰ ਕੌਣ ਹੈ? ਲੱਗਾ ਮੈਂ ਬਹੁਤ ਵੱਡਾ ਚੋਰ ਹਾਂ, ਡਾਕੂ ਹਾਂ। ਉਹਨਾਂ ਨੇ ਬਾਹਰਲੇ ਕੱਪੜੇ ਜਿਹੇ ਦੇਖ ਕੇ ਇਹ ਕੋਈ ਰਾਜੇ ਦਾ ਖਾਸ ਹੋਣਾ ਹੈ ਜਿਹਦਾ ਮਖੌਲ ਕਰਦਾ ਹੈ। ਚੋਰ ਕਿਤੇ ਕਹਿੰਦਾ ਹੁੰਦਾ ਵੀ ਮੈਂ ਚੋਰ ਹਾਂ, ਵੱਡਾ ਡਾਕੂ ਹਾਂ। ਕਹਿੰਦਾ ਜਾ ਜਾ ਲੰਘ ਜਾ, ਚੋਰ ਹੈ ਤੂੰ, ਡਾਕੂ ਹੈ। ਕਹਿੰਦਾ ਮੈਂ ਸੱਚ ਕਹਿੰਦਾ, ਮੈਂ ਚੋਰ ਡਾਕੂ ਹੈ। ਉਹ ਅਗਲੇ ਡਿਊਟੀ ਤੇ ਗਿਆ, ਅਗਲੇ ਪਹਿਰੇਦਾਰਾਂ ਨੇ ਪੁੱਛਿਆ ਵੀ ਤੂੰ ਕੌਣ ਹੈ? ਨਵਾਜਾ ਕਹਿੰਦਾ ਮੈਂ ਬਹੁਤ ਵੱਡਾ ਚੋਰ ਡਾਕੂ ਹਾਂ, ਰਾਜੇ ਦੇ ਘਰੇ ਜਾ ਕੇ ਚੋਰੀ ਕਰਨੀ ਹੈ, ਸੱਚ ਕਹਿਣਾ। ਉਹਨਾਂ ਨੇ ਵੀ ਕਿਹਾ ਚੱਲ ਚੱਲ ਤੂੰ ਮਖੌਲ ਕਰ ਰਹੇ। ਤੇ ਬਸ ਰਾਜੇ ਦੇ ਮਹਿਲਾਂ ਉੱਪਰ ਜਾ ਚੜਿਆ। ਉਹ ਕੂਕ ਸੁੱਤੇ ਪਏ ਸੀ, ਫੋੜਾ ਫਾਲੀ ਸ਼ੁਰੂ ਕਰਤੀ ਭੂਮੀ ਚੋਰ ਨੇ। ਹੀਰੇ ਰਤਨ ਜਵੇਰ ਗਹਿਣੇ ਆਦਿਕ ਸਭ ਕੱਢ ਕੱਢ ਕੇ ਸੁੱਟਦੇ। ਫਿਰ ਚਾਂਦੀ ਦੇ ਰੁਪਈਏ ਲਿਜਾਣੇ ਸੀ, ਉਹ ਗਿਣ ਕੇ ਪੂਰੇ ਇੱਕ ਪਾਸੇ ਕਰ ਲਏ। ਤੇ ਉਸ ਵੇਲੇ ਚੱਲਣ ਵਾਸਤੇ ਤਿਆਰ ਜਾ ਹੋਇਆ। ਫਿਰ ਖਿਆਲ ਆਇਆ ਵੀ ਘੜੇ ਹੁਣ ਕਿਹੜਾ ਮਾਂ ਬੈਠੀ ਹੈ ਪਰੌਠੇ ਪਕਾ ਕੇ ਦੇਣ ਵਾਲੀ, ਚਲੋ ਇੱਥੇ ਪਿਆ ਖੁੱਲਾ ਡੁੱਲਾ ਖਾ ਪੀ ਲਈਏ, ਰੱਜ ਰੁੱਝ ਕੇ ਫੇਰ ਚੱਲਦੇ। ਉਹ ਬਾਕੀ ਤਾਂ ਸਾਰਾ ਕੁਝ ਖਾ ਪੀ ਲਿਆ ਖੁੱਲਾ ਡੁੱਲਾ। ਫਿਰ ਉਹ ਸ਼ੀਸ਼ੀ ਜੀ ਦੇਖੀ, ਕਹਿੰਦਾ ਆ ਕੀ ਹੈ? ਉਹ ਸੀ ਚੂਰਨ। ਚੂਰਨ ਚ ਲੂਣ ਪਾਇਆ ਹੁੰਦਾ ਖੁੱਲਾ। ਜਦੋਂ ਮੂੰਹ ਚ ਪਾਇਆ, ਮਹਾਰਾਜ ਦਾ ਭਜਨ ਚੇਤੇ ਆ ਕੇ ਕਹਿੰਦੇ ਵੀ ਜਿਹਦੇ ਘਰ ਦਾ ਲੂਣ ਖਾਵੇ ਉੱਥੇ ਨਹੀਂ ਕਰਨੀ, ਉੱਥੇ ਹੀ ਸਾਰਾ ਕੁਝ ਛੱਡਤਾ ਤਰਿਆ ਤਰਿਆ ਆਇਆ। ਜਦੋਂ ਦਿਨ ਚੜਿਆ ਤੇ ਦੇਖਿਆ ਉਹਨਾਂ ਨੇ ਆਹ ਸਾਰਾ ਸਾਜੋ ਸਮਾਨ ਦਾ ਕਿਵੇਂ ਖੜਾਇਆ ਪੜਾਇਆ ਹੈ। ਫਿਰ ਇਹ ਵੀ ਦੇਖਿਆ ਵੀ ਵੇਖੋ 500 ਰੁਪਇਆ ਗਿਣ ਕੇ ਰੱਖਿਆ ਪਿਆ, ਪਾਸੇ ਲੈ ਕੇ ਨਹੀਂ ਗਿਆ ਹੈ। ਇਹ ਜਿਹਾ ਕਿਹੜਾ ਹੈ ਵੀ ਘਰ ਕਰਾ ਕੇ ਫਿਰ ਸਭ ਕੁਝ ਛੱਡ ਗਿਆ। ਰਾਜਾ ਸੀ, ਉਹਨੇ ਇਲਾਕੇ ਦੇ ਸਾਰੇ ਚੋਰ ਚੂਰ ਜੇ ਫੜ ਲਏ, ਕੁੱਟ ਕੁੱਟ ਕੇ ਚੰਮ ਲਾ ਦਿੱਤਾ। ਕਹਿੰਦੇ ਦੱਸੋ ਕਿਹਨੇ ਕਰਿਆ ਹੈ? ਇਹ ਤਾਂ ਗੁਰੂ ਕਾ ਸਿੱਖ ਬਣਿਆ ਸੀ, ਇਹਨੂੰ ਕਿਹਨੇ ਹੱਥ ਪਾਉਣਾ ਸੀ? ਅਖੀਰੀ ਫਿਰ ਤਰਸ ਆਇਆ। ਕਹਿੰਦੇ ਵੀ ਮੇਰੇ ਪਿੱਛੇ ਵਿਚਾਰੇ ਕੁੱਟ ਖਾਈ ਜਾਂਦੇ ਆ ਤੇ ਕਰਿਆ ਕਰਾਇਆ ਤਾਂ ਮੈਂ ਉਹ ਕੀਤਾ ਪਰਉਪਕਾਰ ਦੇ ਗਰੀਬ ਵਾਸਤੇ। ਫਿਰ ਰਾਜੇ ਦੇ ਕੋਲ ਸਿੱਧਾ ਜਾ ਖੜਿਆ, ਕਹਿੰਦਾ ਇਹਨਾਂ ਨੂੰ ਕਿਉਂ ਕੁੱਟੀ ਮਾਰੀ ਜਾਂਦਾ? ਅਸਲ ਕਰਨ ਕਰਾਉਣ ਵਾਲਾ ਤਾਂ ਮੈਂ। ਕਹਿੰਦਾ ਵੀ ਤੂੰ ਹੈ? ਹਾਂ ਮੈਂ ਸੱਚ ਕਹਿਣਾ, ਮੈਂ ਸਭ ਕੁਝ ਕਰਕੇ ਗਿਆ। ਇਹ ਵੀ ਚੋਰ ਤਾਂ ਕੁੱਟਿਆ ਮਾਰਿਆ ਨਹੀਂ ਮੰਨਦਾ ਹੁੰਦਾ।
ਤੇ ਤੂੰ ਆਪੇ ਕਹੀ ਜਾਣਾ ਵੀ ਮੈਂ ਚੁੱਕਿਆ ਚੁਕਾਇਆ ਹੈ। ਕਹਿੰਦੇ ਮੇਰੇ ਜਿਹੜੇ ਗੁਰੂ ਹੈ ਨਾ, ਜਿਨ੍ਹਾਂ ਨੇ ਮੈਨੂੰ ਸਿੱਖਿਆ ਦਿੱਤੀ ਹੈ, ਉਹਨਾਂ ਨੇ ਕਿਹਾ ਸੱਚ ਬੋਲਣਾ, ਝੂਠ ਨਹੀਂ ਬੋਲਣਾ ਹੈ। ਇਸ ਕਰਕੇ ਮੈਂ ਸੱਚ ਕਹਿ ਰਿਹਾ ਵੀ ਮੈਂ ਇਹ ਕਰਿਆ ਹੈ। ਗੁਰੂ ਕੌਣ ਹੈ? ਗੁਰੂ ਮੇਰੇ ਕਹਿੰਦਾ ਗੁਰੂ ਨਾਨਕ ਸਾਹਿਬ ਹੈ। ਕਹਿੰਦੇ ਉਹ ਫਿਰ ਇਹੋ ਜਿਹਾ ਧੰਦਾ ਕਰਾਉਂਦੇ? ਕਹਿੰਦੇ ਨਹੀਂ, ਮੈਨੂੰ ਆਦਤ ਪਈ ਸੀ ਤੇ ਮਹਾਰਾਜ ਨੇ ਤੇ ਕਿਹਾ ਸੀ ਬਿਲਕੁਲ ਨਹੀਂ ਕਰੀ। ਮੈਂ ਕਿਹਾ ਜੀ ਸੁਭਾਅ ਪਿਆ ਹੋਇਆ, ਇਹ ਹਟਦਾ ਨਹੀਂ ਹੈ। ਤੇ ਗੁਰੂ ਮਹਾਰਾਜ ਨੇ ਫਿਰ ਸ਼ਰਤ ਰੱਖੀ ਸੀ ਵੀ ਸੱਚ ਬੋਲਣਾ, ਝੂਠ ਨਹੀਂ ਬੋਲਣਾ, ਗਰੀਬ ਦੇ ਘਰੋਂ ਨਹੀਂ ਚੁੱਕ ਕੇ ਤੇ ਗਰੀਬ ਨੂੰ ਜਾ ਕੇ ਦੇਣਾ, ਮਾੜੇ ਦੇ ਘਰੋਂ ਨਹੀਂ, ਤਕੜੇ ਦੇ ਘਰੋਂ ਚੁੱਕ ਕੇ ਲੈ ਜਾਣਾ ਤੇ ਦੇ ਦੇਣਾ, ਆਪ ਨਹੀਂ ਉਹਦੇ ਵਿੱਚ ਵੀ ਕੁਝ ਗ੍ਰਹਿਣ ਕਰਨਾ ਹੈ। ਇਸ ਕਰਕੇ ਵੀ ਮੈਂ ਉਹ ਗੁਰੂ ਮਹਾਰਾਜ ਦੇ ਬਚਨਾਂ ਨੂੰ ਸਨਮੁਖ ਰੱਖ ਕੇ ਤੇਰੇ ਵੱਡੇ ਰਾਜੇ ਦੇ ਘਰੀ ਆਇਆ, ਚੁੱਕਣ ਚੁਕਾਉਣ ਵਾਸਤੇ ਵਾਧੂ ਹੀ ਪਿਆ। ਤੇ ਵੀ ਉਹ ਗਰੀਬ ਸੀ, ਉਹਦੇ ਵਾਸਤੇ 500 ਰੁਪਏ ਦੇ ਲੋੜ ਸੀ। ਮੈਂ ਗੁਣ ਲਏ ਸੀ, ਫਿਰ ਭੁੱਖ ਜੀ ਲੱਗੀ ਸੀ, ਖਾ ਪੀ ਲਿਆ। ਅਜੇ ਤੇ ਸੀਸੀ ਚ ਪਿਆ ਸੀ ਕੁਝ। ਮੈਂ ਕਿਹਾ ਵੀ ਇਹ ਕੀ ਹੈ? ਮੂੰਹ ਵਿੱਚ ਪਾਇਆ, ਉਹ ਲੂਣ ਸੀ। ਤੇ ਫਿਰ ਮੇਰੇ ਗੁਰੂ ਨੇ ਕਿਹਾ ਸੀ ਵੀ ਜਿਹਦੇ ਘਰ ਦਾ ਲੂਣ ਖਾ ਲੈ ਉੱਥੇ ਨਹੀਂ ਕਰਨੀ। ਉਹ ਲੂਣ ਖਾਣ ਤੋਂ ਮੈਂ ਕਹਿੰਦੇ ਫਿਰ ਇਹ ਸਭ ਕੁਝ ਛੱਡ ਛੁੱਟ ਕੇ ਭੱਜ ਗਿਆ। ਇਸ ਕਰਕੇ ਇਹਨਾਂ ਨੂੰ ਛੱਡੋ ਤੇ ਮੈਨੂੰ ਫੜੋ, ਜੋ ਕਰਨਾ ਮੇਰੇ ਨਾਲ ਕਰੋ। ਉਹ ਕਹਿਣ ਲੱਗਾ ਵੀ ਜੇ ਏਡੇ ਗੁਰੂ ਦਾ ਤੂੰ ਇਹੋ ਜਿਹਾ ਸਿੱਖ ਹੋ ਕੇ ਸੱਚ ਬੋਲਣ ਵਾਲਾ ਹੈ, ਫਿਰ ਮੈਨੂੰ ਵੀ ਕੋਈ ਉਪਦੇਸ਼ ਦੇ। ਮੈਂ ਵੀ ਧਰਮੀ ਆਪਣੇ ਅਸੂਲ ਤੇ ਖੜੋਤਾ ਹੋਇਆ। ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਨੇ ਤਾਂ ਵਾਹਿਗੁਰੂ ਵਾਹਿਗੁਰੂ ਜਪਣ ਲਈ ਕਿਹਾ ਹੈ। ਆਹ ਹੈ ਬਾਣੀ ਦੇ ਸ਼ਬਦ, ਇਹ ਮੈਂ ਤੜਕੇ ਉੱਠ ਕੇ ਪੜ੍ਹਦਾ, ਨਿਤਨੇਮ ਕਰਦਾ। ਆਹ ਮੈਨੂੰ ਆਦਤ ਪਈ ਹੋਈ ਹੈ ਤੇ ਜਦੋਂ ਉੱਠਦੀ ਹੈ ਟੁੱਟਦੀ ਜੀ ਉਦੋਂ ਮੈਂ ਕਰਾ ਲੈਣਾ, ਕਰਦਾ ਗਰੀਬਾਂ ਵਾਸਤੇ। ਫਿਰ ਉਸ ਵੇਲੇ ਉਹਦੇ ਰਾਹੀਂ ਇਹ ਰਾਜੇ ਨੂੰ ਵੀ ਰੰਗ ਲੱਗ ਗਿਆ। ਇਹ ਵੀ ਉਪਦੇਸ਼ ਲੈ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ ਤੇ ਭੂਮੀਏ ਚੋਰ ਸਿੱਖ ਨੂੰ ਆਪਣੇ ਘਰੇ ਹੀ ਰੱਖ ਲਿਆ। ਕਹਿੰਦੇ ਵੀ ਤੂੰ ਕਿਧਰੇ ਨਾ ਜਾਏ, ਇੱਥੇ ਹੀ ਰਹਿ, ਇੱਥੇ ਵਾਹਿਗੁਰੂ ਵਾਹਿਗੁਰੂ ਜਪੀ ਚੱਲ ਤੇ ਛਕੀ ਛਕਾਈ ਚੱਲ। ਸ਼ਰਧਾ ਆ ਗਈ। ਇੱਕ ਦਿਨ ਇਹਨੂੰ ਤੜਕੇ ਉੱਠ ਕੇ ਉਹ ਨਿਤਨੇਮ ਧਿਆਨ ਵਿੱਚ ਬੈਠਿਆ ਦੇਖ ਕੇ ਰਾਜੇ ਨੇ ਕਿਹਾ ਵੀ ਇਹ ਤਾਂ ਮਹਾਨ ਹੈ, ਇਹ ਤਾਂ ਸਤਿਪੁਰਸ਼ ਹੈ। ਤੇ ਉਸ ਵੇਲੇ ਫਿਰ ਬੇਨਤੀ ਕਰਨ ਲੱਗਾ ਵੀ ਮੈਂ ਤਾਂ ਤੁਹਾਨੂੰ ਮਹਾਤਮਾ ਜਾਣ ਕੇ ਅੱਜ ਬੇਨਤੀ ਕਰ ਰਿਹਾ। ਤੁਸੀਂ ਤਾਂ ਭਾਵੇਂ ਕਹੀ ਜਾਓ ਵੀ ਅਸੀਂ ਬਹੁਤ ਵੱਡੇ ਡਾਕੂ ਚੋਰ, ਮੈਂ ਨਹੀਂ ਸਮਝਦਾ। ਤੂੰ ਵੀ ਪੂਰਾ ਗੁਰੂ ਨਾਨਕ ਦਾ ਸਿੱਖ ਹੈ ਤੇ ਸਾਡੇ ਘਰੇ ਬੱਚਾ ਨਹੀਂ ਹੁੰਦਾ ਹੈ। ਤੂੰ ਵੀ ਅਰਦਾਸ ਕਰ ਗੁਰੂ ਨਾਨਕ ਸਾਹਿਬ ਅੱਗੇ ਸਾਡੇ ਪੁੱਤਰ ਹੋ ਜਾਏ। ਉਹ ਭੂਮੀਏ ਚੋਰ ਨੇ ਕਿਹਾ ਵੀ ਚੰਗਾ, ਹੱਥ ਪੈਰ ਧੋ ਕੇ ਆ ਜਾ। ਤੂੰ ਵੀ ਹੱਥ ਜੋੜ ਕੇ ਮਹਾਰਾਜ ਨੂੰ ਯਾਦ ਕਰਕੇ ਅਰਦਾਸ ਕਰ, ਮਹਾਰਾਜ ਹਾਜ਼ਰ ਨਾਜ਼ਰ ਹੈ। ਅਰਦਾਸ ਕੀਤੀ ਤੇ ਉਹ ਕਰੇ ਤਾਂ ਲੜਕੇ ਲਈ ਸੀ ਤੇ ਹੋ ਗਈ ਲੜਕੀ। ਰਾਜੇ ਨੂੰ ਐਸਾ ਨਿਚਾ ਸੀ ਵੀ ਇਹ ਮਹਾਰਾਜ ਨੇ ਸਾਡੇ ਘਰੇ ਪੁੱਤਰ ਹੀ ਬਖਸ਼ਿਆ, ਸਾਨੂੰ ਇਹ ਪਰਖਣ ਵਾਸਤੇ ਵੀ ਇਹ ਲੜਕੀ ਦਿਸਦੀ ਹੈ। ਉਹ ਸਾਰੇ ਕਹਿਣ ਲੜਕੀ ਹੈ। ਰਾਜਾ ਕਹੇ ਨਹੀਂ, ਗੁਰੂ ਕੇ ਸਿੱਖ ਨੇ ਅਰਦਾਸ ਕੀਤੀ ਹੈ ਗੁਰੂ ਨਾਨਕ ਸਾਹਿਬ ਅੱਗੇ। ਗੁਰੂ ਨਾਨਕ ਸਾਹਿਬ ਕਿਤੇ ਐਸਾ ਥੋੜੋ ਕਰ ਸਕਦੇ, ਇਹ ਵੀ ਲੜਕੀ ਨਹੀਂ ਹੈ, ਲੜਕਾ ਹੈ। ਤੁਹਾਨੂੰ ਭੁਲੇਖਾ ਪੈਂਦਾ, ਇਹ ਮਹਾਰਾਜ ਦੇ ਚੋ ਹੋ ਜਾਏ। ਅਖੀਰੀ ਉਹ ਵੱਡੀ ਹੋ ਗਈ, ਕਿਸੇ ਲੜਕੀ ਨਾਲ ਨੂੰ ਮੰਗ ਦਿੱਤਾ। ਇਹ ਲੜਕੀ ਨੂੰ ਕੱਪੜੇ ਸਾਰੇ ਪੁੱਤਰਾਂ ਮਰਦਾਂ ਵਾਲੇ ਉਹਦੇ ਪੋਏ ਸੀ, ਨਾਲ ਲਿਜਾਂਦਾ ਸੀ। ਬਰਾਤ ਚੜ ਗਈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਦੇਖ ਲਿਆ ਵੀ ਇਹਦਾ ਨਿਚਾ ਹੈ ਸਾਡੇ ਉੱਪਰ, ਹੈਵੀ ਪਰਖ ਲਈ ਸੀ, ਸਾਰਾ ਕੁਛ ਕਰਿਆ ਕਰਾਇਆ। ਜਿੱਥੇ ਮਸਤੂਆਣਾ ਗੁਰਦੁਆਰਾ ਨਾ ਸੰਗਰੂਰ ਦੇ ਨੇੜੇ ਗੁਰਸਾਗਰ ਗੁਰਦੁਆਰਾ ਬਣਿਆ,
ਇੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਉਹ ਜੰਗਲ ਵਿੱਚ ਬੈਠੇ ਸਨ। ਇਹ ਬਰਾਤ ਵਿੱਚ ਹੀ ਰਾਜਾ ਤੇ ਜਿਹੜੀ ਲੜਕੀ ਹੈ ਉਹ ਅੱਗੇ ਜਾ ਰਹੇ ਸੀ। ਕੋਈ ਹੀਰਾ ਹਰਨ ਨਿਕਲਿਆ ਤੇ ਲੜਕੀ ਨੇ ਮਗਰ ਲਾ ਦਿੱਤਾ। ਬਾਕੀ ਬਰਾਤਪੁਰ ਤਾਂ ਪਿੱਛੇ ਰਹਿ ਗਈ। ਇਹ ਲੜਕੀ ਜਿੱਥੇ ਮਹਾਰਾਜ ਬੈਠੇ ਸੀ ਉਸਦੇ ਕੋਲ ਦੀ ਹਰਨ ਅੱਗੇ ਨਿਕਲ ਗਿਆ। ਦੇਖ ਕੇ ਲੜਕੀ ਉਤਰੀ, ਮਹਾਰਾਜ ਦੇ ਚਰਨਾਂ ਤੇ ਸ਼ੀਸ਼ ਰੱਖਤਾ। ਗੁਰੂ ਮਹਾਰਾਜ ਨੇ ਕਿਹਾ, ਆਓ ਕੁਬਰੇਸ਼, ਆਓ ਰਾਜੇ ਦੇ ਪੁੱਤਰ ਟਿੱਕੇ। ਇਹਨਾਂ ਕਹਿਣਾ ਦੀ ਲੋੜ ਸੀ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਨੂੰ ਨਾਰੀ ਕੋ ਕਬੀਰ ਸਾਧੂ ਕੋ ਵੀਰ ਤਿਸ ਮੂਰਤ ਬਲਹਾਰੀ। ਉਹ ਕਬੀਰ ਦੇ ਬਚਨਾਂ ਅਨੁਸਾਰ ਕਲਾ ਵਰਤ ਗਈ। ਲੜਕੀ ਤੋਂ ਲੜਕਾ ਹੋ ਗਿਆ ਹੈ। ਇਸ ਤਰ੍ਹਾਂ ਜਾਣੀ ਉਹ ਭੂਮੀਆਂ ਚੋਰ ਜਿਹੜਾ ਗੁਰੂ ਕਾ ਸਿੱਖ ਵਿਧੀ ਚੰਗੂ ਬਣਿਆ ਸੀ, ਇਹ ਵੀ ਐਸਾ ਕੁਛ ਸੁਭਾਅ ਅਨੁਸਾਰ ਗਰੀਬਾਂ ਵਾਸਤੇ ਕਰਾ ਲੈਂਦਾ ਸੀ, ਪਰਉਪਕਾਰ ਲਈ ਕਰਦਾ ਸੀ, ਆਪਣੇ ਲਈ ਨਹੀਂ। ਇਹ ਵਿਧੀ ਚੰਦ ਨੇ ਵੀ ਦੱਸਿਆ ਕਿ ਮਹਾਰਾਜ ਮੇਰਾ ਇਹ ਸੁਭਾਅ ਪਿਆ ਹੋਇਆ ਹੈ। ਤੇ ਮਾਤਾ ਨੂੰ ਦੱਸਿਆ ਵੀ ਫਿਰ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਉਹ ਕਹਿ ਦਿੱਤਾ ਸੀ, ਪਰਉਪਕਾਰ ਲਈ ਗਰੀਬਾਂ ਲਈ ਤੂੰ ਵੀ ਇਹ ਕਰ ਲਿਆ ਕਰ, ਆਪਣੇ ਲਈ ਨਹੀਂ ਕਰਨਾ। ਫਿਰ ਵਿਧੀ ਚੰਦ ਨੇ ਜਿਵੇਂ ਮਾਂ ਨੂੰ ਦੱਸਿਆ ਵੀ ਗਰੀਬ ਲਈ ਮੈਂ ਆਹ ਕੁਝ ਕਰਿਆ ਸੀ ਕਰਤੱਵ, ਉਹ ਜਿਵੇਂ ਵਿਧੀ ਚੰਦ ਨੇ ਮਾਤਾ ਨੂੰ ਦੱਸਿਆ ਉਹ ਪ੍ਰਸੰਗ ਆ ਰਿਹਾ ਹੈ। ਉਹ ਸਾਰੇ ਸੁਣੀਏ ਮਨ ਲਾ ਕੇ। ਇੱਕ ਦਿਨ ਮੈਂ ਬੈਠਿਓ ਹੁਤੋ। ਵਿਧੀ ਚੰਦ ਨੇ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ, ਸੁਣੋ ਮਹਾਰਾਜ, ਇੱਕ ਦਿਨ ਦੀ ਗੱਲ ਹੈ, ਮੈਂ ਘਰ ਦੇ ਵਿੱਚ ਬੈਠਾ ਹੋਇਆ ਸੀ। ਸੁਰ ਸਿੰਘ ਵਾਲੇ ਆਈ ਦਿਜ ਨਾਰੀ। ਇਹਨੇ ਨੂੰ ਕਹਿੰਦੇ ਇੱਕ ਬ੍ਰਾਹਮਣ ਦੇ ਘਰ ਵਾਲੀ ਬ੍ਰਾਹਮਣੀ ਆ ਗਈ ਮੇਰੇ ਘਰ ਵਿੱਚ। ਸੁਰ ਸਿੰਘ ਵਾਲੇ ਕਹਿਤ ਭਈ ਨਿਜ ਬਾਰਤਾ। ਆਓ ਬ੍ਰਾਹਮਣੀ ਨੇ ਆਪਣੀ ਜਿਹੜੀ ਕੋਈ ਗੱਲਬਾਤ ਹੈ, ਆਪਣੇ ਘਰ ਦੀ ਗੱਲਬਾਤ ਉਹ ਕਹਿਣ ਲੱਗੀ, ਮੈਨੂੰ ਚਿਤ ਅਧਿਕ ਦੁਖਾਈ। ਜੋ ਬ੍ਰਾਹਮਣੀ ਚਿਤ ਵਿੱਚ ਚਿਤ ਕਰਕੇ ਬਹੁਤੀ ਦੁੱਖ ਵਾਲੀ ਸੀ, ਦੁਖੀ ਹੈ ਸੀ। ਸੁਨੋ ਗੁਰੂ ਸਿੱਖ ਮੈਂ ਸੁਨਿਓ। ਇਹ ਵਿਧੀ ਚੰਦ ਤੂੰ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੈ, ਮੈਂ ਤੇਰੇ ਸੰਬੰਧ ਵਿੱਚ ਸੁਣਿਆ ਹੋਇਆ ਹੈ। ਤੁਮਰੋ ਜਸ ਆਛੋ। ਇਹ ਤੇਰਾ ਲੋਕਾਂ ਤੋਂ ਗਰੀਬਾਂ ਤੋਂ ਸੁਣਿਆ ਜਸ ਬੜਾ ਚੰਗਾ। ਦੀਨਨ ਪਰ ਉਪਕਾਰ ਕੋ। ਗਰੀਬਾਂ ਉੱਪਰ ਨਹੀਂ ਕੁਝ ਕੋਈ ਦਿੰਦਾ ਲੈਂਦਾ, ਤੂੰ ਗਰੀਬਾਂ ਉੱਪਰ ਬੜਾ ਪਰਉਪਕਾਰ ਕਰਦਾ ਹੈ। ਕਰ ਬੇ ਨਿਤ ਬਾਂਛੋ। ਇਹ ਹਮੇਸ਼ਾ ਹੀ ਪਰਉਪਕਾਰ ਕਰਨਾ ਤੂੰ ਚਾਹੁੰਦਾ ਹੈ ਵਿਧੀ ਚੰਦ। ਦਾਰਦ ਹਮਰੇ ਸਾਧਨ ਬਹੁ। ਹੈ ਵਿਧੀ ਚੰਦ, ਮੈਂ ਸੱਚ ਕਹਿਨੀ ਹੈ, ਸਾਡੇ ਘਰੇ ਤਾਂ ਬੜਾ ਦਰਿਦਰ ਪਿਆ, ਬੜੀ ਗਰੀਬੀ ਆਈ ਹੈ। ਨਹਿ ਪਾਏ ਆਹਾਰਾ। ਹੋਰ ਤਾਂ ਹੋਰ ਕੀ ਹੈ, 2 ਟਾਈਮ ਸਾਨੂੰ ਖਾਣ ਨੂੰ ਭੋਜਨ ਵੀ ਨਹੀਂ ਮਿਲਦਾ। ਬਸਨ ਆਦ ਤੇ ਥੁਰ ਗਏ। ਪਹਿਨਣ ਵਾਸਤੇ ਕੋਈ ਬਸਤਰ ਨਹੀਂ ਹੈ, ਸਭ ਕਿਸੀ ਕਹਿੰਦੇ ਥੁੜ ਗਿਆ ਘਟ ਗਿਆ ਹੈ। ਆਤਮੰਦ ਗੁਜ਼ਾਰਾ। ਇਹ ਵਿਧੀ ਚੰਦ, ਸਾਡਾ ਜਿਹੜਾ ਗੁਜ਼ਾਰਾ ਬਹੁਤ ਹੀ ਮਾੜਾ ਹੈ। ਸੁਤਾ ਕੁਮਾਰੀ ਉਚਿਤ ਦੁੱਖ ਹੈ ਸਾਨੂੰ ਇਹ ਹੈ, ਕਹਿੰਦੇ ਸਾਡੇ ਘਰ ਦੇ ਵਿੱਚ ਇੱਕ ਲੜਕੀ ਹੈ ਕੁਆਰ ਅਵਸਥਾ ਵਾਲੀ। ਦੇਖੇ ਦੁੱਖ ਪਾਵੇ। ਮੈਨੂੰ ਹਮੇਸ਼ਾ ਦੇਖ ਦੇਖ ਕੇ ਦੁੱਖ ਪਾਉਂਦੀ ਹਾਂ। ਹੋਤ ਆਹਾਰ ਨ ਪ੍ਰਾਪਤੀ। ਜਦੋਂ ਕਹਿੰਦੇ ਘਰ ਦੇ ਵਿੱਚ ਹੀ ਕਹਿੰਦੇ ਖਾਣ ਨੂੰ ਭੋਜਨ ਨਹੀਂ ਮਿਲਦਾ ਹੈ, ਪ੍ਰਾਪਤ ਹੁੰਦਾ ਹੈ। ਦੂਸਰ ਦਿਨ ਖਾਵੇ। ਕਈ ਵਾਰੀ ਤਾਂ ਇਹੋ ਜਿਹਾ ਹਾਲ ਹੋ ਜਾਂਦਾ ਵੀ ਇੱਕ ਦਿਨ ਨਹੀਂ ਦੂਸਰੇ ਦਿਨ ਕਿਤੇ ਸਾਨੂੰ ਮਿਲਦਾ ਖਾਣ ਨੂੰ। ਨਿਸ ਦਿਨ ਚਿੰਤਾ ਮਹਿ ਬਿਤ ਹੈ। ਇਸ ਕਰਕੇ ਵਿਧੀ ਚੰਦ ਮੇਰਾ ਤਾਂ ਦਿਨ ਰਾਤ ਚਿੰਤਾ ਵਿੱਚ ਹੀ ਲੰਘਦਾ ਹੈ। ਹੋਤ ਨਾ ਉਪਚਾਰਾ। ਇਹ ਲੜਕੀ ਨੂੰ ਕਿਤੇ ਵਿਆਹ ਭਰ ਦਈਏ,
ਕਹਿੰਦੇ ਯਤਨ ਹੀ ਨਹੀਂ ਹੁੰਦਾ ਹੈ। ਜਿਸ ਤੇ ਵਿਆਹੋਂ ਸੁਤਾ ਨਿਜ, ਜਿਸ ਕਹਿੰਦੇ ਉਪਰਾਲੇ ਹੀਲੇ ਨਾਲ ਕਹਿੰਦੇ ਮੈਂ ਆਪਣੀ ਲੜਕੀ ਨੂੰ ਕਿਤੇ ਵਿਆਹ ਵਰ ਦੇਵਾਂ। ਦੇ ਤਿਨਹਿ ਆਹਾਰਾ, ਜਿਹੜੇ ਕੋਈ ਬਰਾਤੀ ਜਾਂ ਜੀ ਆਉਣਗੇ ਉਹਨਾਂ ਨੂੰ ਥੋੜਾ ਬਹੁਤਾ ਭੋਜਨ ਦੇ ਕੇ। ਸੁਨ ਬੂਝੀ ਕਹ ਸਾਚ ਅਬ, ਇਹ ਮਾਤਾ ਜੀ ਮੈਂ ਸੁਣ ਕੇ ਬ੍ਰਾਹਮਣ ਨੂੰ ਪੁੱਛਿਆ ਤੂੰ ਵੀ ਸੱਚਾ ਕੀ ਹੋਣਾ ਕੇ ਤਿਕ ਧਨ ਲੈ ਕੇ, ਕਿੰਨਾ ਕੁ ਰੁਪਈਆ ਲੈ ਕੇ ਕਾਰਜ ਕੋ ਪੂਰਾ ਕਰਹਿ। ਆਪਣੀ ਲੜਕੀ ਨੂੰ ਵਿਆਹਣ ਦਾ ਜਿਹੜਾ ਕੰਮ ਹੈ ਪੂਰਾ ਕਰ ਲਵੇਂਗੀ। ਸਭ ਕੋ ਹਰ ਖੈ ਕੇ, ਹਾਂ ਜਿੰਨੇ ਬੱਕੇ ਸਾਕ ਸੰਬੰਧੀ ਆਉਣਗੇ ਸਾਰਿਆਂ ਨੂੰ ਖੁਸ਼ ਕਰਕੇ ਘਰੋਂ ਤੋਰੇਂਗੀ। ਸਰਬ ਸੁਭਿਆਹ ਸਮਾਜ ਕੋ, ਇਹ ਬ੍ਰਾਹਮਣੀ ਦਾਸ ਜਿਹੜਾ ਕਰਦਾ ਵਿਆਹ ਦਾ ਸਾਜੋ ਸਮਾਨ ਹੈ। ਕਰ ਪੂਰਨ ਆਛੇ, ਇਹ ਚੰਗੀ ਤਰ੍ਹਾਂ ਤੂੰ ਪੂਰਾ ਕਰ ਦੇਵੇ। ਕਿਤਕ ਦਰਬ ਤੇ ਹੋਏ ਗੋ, ਇਹ ਸਾਰਾ ਵਿਆਹ ਦਾ ਜਿਹੜਾ ਕੰਮ ਹੈ ਕਿੰਨੇ ਕੁ ਰੁਪਈਏ ਨਾਲ ਹੋ ਜਾਏਗਾ। ਕਹ ਚਿਤ ਕੀ ਬਾਂਛੇ, ਇਹ ਬ੍ਰਾਹਮਣੀ ਆਪਣੀ ਚਿੱਤ ਦੀ ਜਿਹੜੀ ਚਾਹਨਾ ਤੂੰ ਖੋਲ ਕੇ ਕਹਿ ਦੇ ਦੱਸ ਦੇ। ਤਿਜ ਬਨਤਾ ਬੋਲੀ ਤਬ ਹੈ, ਇਹ ਮਾਤਾ ਜੀ ਇਸ ਤਰ੍ਹਾਂ ਮੈਥੋਂ ਸੁਣ ਕੇ ਉਹ ਬ੍ਰਾਹਮਣ ਦੇ ਘਰ ਵਾਲੀ ਬ੍ਰਾਹਮਣੀ ਬੋਲੀ ਪੰਚ ਸੈ ਧਨ ਪਾਉ, ਇਹ ਵਿਧੀ ਚੰਦ ਜੇ ਮੈਂ ਕਿਤੇ 500 ਰੁਪਈਆ ਪਾ ਲਵਾਂ। ਮਹਾ ਫਰਾਗਤ ਸਾਥ ਮੈਂ, ਬਸ ਫਿਰ ਤਾਂ ਖੁੱਲ ਖੁਲਾਸੇ ਨਾਲ ਹੀ ਜਿਹੜਾ ਇਹ ਵਿਆਹ ਹੈ ਨਿਜ ਸੁਤਾ ਉਠਾਉ। ਇਸ ਤਰ੍ਹਾਂ ਕਰਕੇ ਆਪਣੀ ਲੜਕੀ ਨੂੰ ਘਰੋਂ ਉਠਾ ਦੇਵਾਂਗੀ। ਸੁਨ ਮੈਂ ਤਿਸ ਕੋ ਤਬ ਕਹਿਓ, ਇਹ ਮਾਤਾ ਜੀ ਉਹ ਬ੍ਰਾਹਮਣੀ ਤੋਂ ਸੁਣ ਕੇ ਮੈਂ ਤਦੋਂ ਨੂੰ ਐਸੇ ਆਖਿਆ ਧਨ ਦੇਵਾ ਤੋਹੀ, ਬਈ ਕੋਈ ਫਿਕਰ ਕਰਨ ਦੀ ਲੋੜ ਨਹੀਂ। ਇਹ 500 ਰੁਪਈਆ ਲਿਆ ਕੇ ਮੈਂ ਤੈਨੂੰ ਦੇ ਦੇਵਾਂਗਾ। ਦਿਨ ਪੰਚਕ ਮਹਿ ਆਏ ਪੁੰਨ, ਇਹ ਬ੍ਰਾਹਮਣੀ ਤੂੰ 5 ਦਿਨਾਂ ਤੋਂ ਬਾਅਦ ਮੇਰੇ ਕੋਲ ਆ ਜਾਈਂ। ਮਿਲਿਐ ਇਤ ਮੋਹੀ, ਜਿੱਥੇ ਹੁਣ ਮੈਂ ਆ ਘਰ ਵਿੱਚ ਬੈਠਾ ਇੱਥੇ ਆ ਕੇ ਮਿਲ ਪੈਣਾ ਮੈਨੂੰ। ਹਰਖਤ ਆਪਣੇ ਘਰ ਗਈ, ਇਹ ਮਾਤਾ ਜੀ ਬ੍ਰਾਹਮਣੀ ਸੁਣ ਕੇ ਖੁਸ਼ ਹੋ ਕੇ ਆਪਣੇ ਘਰ ਵੱਲ ਨੂੰ ਚਲੀ ਗਈ। ਮੈਂ ਜਤਨ ਵਿਚਾਰਾ, ਮੈਂ ਉਹਦੇ ਜਾਣ ਤੋਂ ਬਾਅਦ ਵੀ 500 ਰੁਪਈਆ ਕਿਵੇਂ ਲਿਆਈਏ ਕੋਈ ਜਤਨ ਹੀਲਾ ਸੋਚਿਆ ਵਿਚਾਰਿਆ। ਜਹਾਂਗੀਰ ਕੀ ਬੇਗਮ, ਇਹਨੇ ਨੂੰ ਕਹਿੰਦੇ ਘਰੇ ਬੈਠਾ ਪਤਾ ਚੱਲਿਆ ਵੀ ਜਹਾਂਗੀਰ ਦੀਆਂ ਜਿਹੜੀਆਂ ਬੇਗਮਾਂ ਹੈ ਘਰ ਵਾਲੀਆਂ ਹਨ। ਸੁਨ ਪੰਥ ਮਝਾਰਾ, ਸੁਣਿਆ ਵੀ ਉਹ ਤਾਂ ਰਸਤੇ ਚ ਕਿਤੇ ਜਾ ਰਹੀਆਂ। ਪਤਨ ਚੰਬੇ ਧੂਣ ਕੋ, ਜਿਹੜਾ ਚੰਬੇ ਦੀ ਰਿਆਸਤ ਹੈ ਪਹਾੜ ਦੇ ਵਿੱਚ ਜਿਹੜੀ ਕੋਈ ਵਿਚਾਰਲੀ ਜਗ੍ਹਾ ਜੀ ਹੋਵੇ ਉਹਨੂੰ ਦੂਣ ਕਿਹਾ ਜਾਂਦਾ। ਕਹਿੰਦੇ ਉੱਥੇ ਚੰਬੇ ਰਿਆਸਤ ਜਿਹੜੀ ਦੂਣ ਜਾਏ ਤੇ ਉੱਥੇ ਜਿਹੜਾ ਕੋਈ ਦਰਿਆ ਵਗਦਾ ਉਹਦੇ ਪੱਤਨ ਜਾ ਘਾਟ ਬਣਿਆ ਹੋਇਆ ਡੇਰਾ ਤਹਿਕਾਲ, ਉੱਥੇ ਵੀ ਉਹ ਬੇਗਮਾਂ ਨੇ ਹੁਣ ਡੇਰਾ ਪਾਇਆ ਹੈ। ਉੱਥੇ ਕਿਨਾਰੇ ਤੇ ਟਿੱਕੀਆਂ ਪੱਤਨ ਘਾਟ ਤੇ ਟਿੱਕੀਆਂ ਹੋਈਆਂ। ਸੁਣ ਕਰ ਮੈਂ ਨਿਸਚੇ ਭਲੇ, ਇਹ ਮਾਤਾ ਜੀ ਸੁਣ ਕੇ ਚੰਗੀ ਤਰ੍ਹਾਂ ਵੀ ਭਰੋਸਾ ਕਰਕੇ ਵੀ ਹਾਂ ਉੱਥੇ ਹੀ ਹੈ। ਤਿੰਨ ਕੀ ਦਿਸ਼ ਚਾਲਾ, ਜਿੱਥੇ ਉਹ ਕਹਿੰਦੇ ਜਹਾਂਗੀਰ ਦੀਆਂ ਬੇਗਮਾਂ ਪੱਤਨ ਤੇ ਸੀ ਘਾਟ ਤੇ ਸੀ ਉਸੇ ਤਰਫ ਨੂੰ ਮੈਂ ਚੱਲ ਪਿਆ ਛਲਾਂਗਾ ਲਾਉਂਦਾ। ਪਹੁੰਚਿਓ ਦੇਖਿਓ ਜਾਏ ਤਬ, ਪੁੱਜਿਆ ਉੱਥੇ ਜਾ ਕੇ ਮੈਂ ਦੇਖਣਾ ਕੀਤਾ ਚੰਗੀ ਤਰ੍ਹਾਂ। ਸੰਗ ਮਾਨਵ ਜਾਲਾ, ਦੇਖਿਆ ਵੀ ਬੇਗਮਾਂ ਦੇ ਨਾਲ ਤਾਂ ਬੜੇ ਨੌਕਰ ਚਾਕਰ ਬੜੇ ਸਿਪਾਹੀ ਹੈ। ਲਾਏ ਘਾਤ ਨੀਕੇ ਚਹਿਓ, ਮਾਤਾ ਜੀ ਮੈਂ ਚੰਗੀ ਤਰ੍ਹਾਂ ਦਾ ਕਾ ਲਾਉਣਾ ਚਾਹਿਆ। ਨਿਸ ਤਿਮਰ ਵਿਸਾਲਾ, ਜਦੋਂ ਬਹੁਤਾ ਰਾਤ ਨੂੰ ਹਨੇਰਾ ਹੋਊਗਾ ਫੇਰ ਦਾ ਕਾ ਲਾਉਂਗਾ। ਅਰਧ ਰਾਤ ਤਬ ਹੂੰ ਪਈ, ਇਹ ਮਾਤਾ ਜੀ ਇਸ ਤਰ੍ਹਾਂ ਦੇਖਦਿਆਂ ਅੱਧੀ ਰਾਤ ਹੋਏ ਆਈ। ਮਿਲ ਪਹਿਰੂ ਮਾਹੀ, ਫਿਰ ਮਾਤਾ ਜੀ ਇੱਕ ਜਿਹੜੇ ਪਹਿਰੇਦਾਰ ਜੇ ਸੀ ਨਾ ਉਹਨਾਂ ਵਿੱਚ ਹੀ ਮਿਲ ਮਿਲਾ ਕੇ ਮੈਨੇ ਜਹ ਪ੍ਰਿਅੰਕ ਬੇਗ,
ਬੇਗਮ ਹੋਤੋ। ਜਿੱਥੇ ਕਹਿੰਦੇ ਉਹ ਵੱਡੀ ਬੇਗਮ ਦਾ ਪਣਗ ਜਾ ਡਾਇਆ ਤੇ ਪਈ ਸੀ ਲੰਮੀਆਂ ਤਾਣ ਕੇ ਪਹੁੰਚਿਓ ਤਿਸ ਪਾਹੀ। ਉਹਦੇ ਕੋਲ ਮਾਤਾ ਜਿਵੇਂ ਝਟਪਟ ਫੁਰਤੀ ਨਾਲ ਪਹੁੰਚ ਗਿਆ। ਵਿੱਚ ਤੰਬੂ ਕੇ ਸੁਪਤ ਸਭ। ਬਾਕੀ ਤਾਂ ਜਿੰਨੇ ਕਹਿੰਦੇ ਲੰਮੀਆਂ ਤਾਣ ਕੇ ਤੰਬੂਆਂ ਵਿੱਚ ਸੁੱਤੇ ਪਏ ਸੀ ਕੂਕ ਦਾਸੀ ਗਨ ਜੇਈ। ਹੋਰ ਜਿਹੜੀਆਂ ਉਹਦੀਆਂ ਬੇਗਮੀਆਂ ਦਾਸ ਤੇ ਦਾਸੀਆਂ ਸਨ। ਧਨ ਕੇ ਧਰੇ ਸੰਦੂਖ ਗਨ। ਮੈਂ ਦੇਖਿਆ ਝਾਤੀ ਜੇ ਮਾਰ ਕੇ ਬੜੇ ਕਹਿੰਦੇ ਧੰਦੇ ਸੰਦੂਖ ਰੱਖੇ ਪਏ। ਦੇਖੇ ਢਿੱਡ ਤੇਈ। ਉਹ ਚੰਗੀ ਤਰ੍ਹਾਂ ਦੇਖਿਆ ਵੀ ਪੱਕੇ ਕੀਤੇ ਹੋਇਆ ਲੋਕ ਲੂਕ ਜੇ ਜੰਦਰੇ ਬਾਵਾ ਲਾਏ ਪਏ। ਬੈਠਿਓ ਤਿੰਨ ਕੇ ਬੀਚ ਮੈਂ। ਇਹ ਮਾਤਾ ਜੀ ਉਹ ਜਿਹੜੇ ਸੰਦੂਖ ਜੇ ਨਾ ਬਹੁਤ ਤੇਰੇ ਉਹਨਾਂ ਦੇ ਵਿੱਚ ਮੈਂ ਹੌਲੀ ਕਿਦੇ ਕੇ ਬੈਠ ਗਿਆ। ਕਰ ਕੇ ਬਲ ਹਾਥਾ। ਇਹ ਆਪਣੇ ਹੱਥਾਂ ਦਾ ਤਕੜਾ ਜਿਹਾ ਬਲ ਕਰਕੇ ਤੋਰਿਓ ਤਾਰੋ ਏਕ ਕੋ। ਕਹਿੰਦੇ ਇੱਕ ਸੰਦੂਖ ਦਾ ਮੈਂ ਕਹਿੰਦੇ ਉਹ ਬਲ ਜਾ ਕਰਕੇ ਜੰਦਰਾ ਤੋੜ ਹੀ ਲਿਆ। ਪੁਰ ਜੋ ਧਨ ਸਾਥਾ। ਜਿਹੜਾ ਸੰਦੂਖ ਜਾ ਕਹਿੰਦੇ ਧਨ ਦੇ ਨਾਲ ਇਹਨੂੰ ਪੂਰਾ ਭਰਿਆ ਪਿਆ ਸੀ। ਥਾਤੀ ਜਿਸ ਮਹਿ ਬਹੁਤ ਹੈ। ਇਹ ਸੰਦੂਖ ਦੇ ਵਿੱਚ ਧਨ ਦੀਆਂ ਬੜੀਆਂ ਥੈਲੀਆਂ ਸਨ। ਇੱਕ ਤਬ ਹੈ ਨਿਕਾਸੀ। ਇਹ ਮਾਤਾ ਜੀ ਉਹਦੇ ਵਿੱਚੋਂ ਫਿਰ ਮੈਂ ਇੱਕ ਥੈਲੀ ਜੀ ਬਾਹਰ ਕੱਢ ਲਈ। ਹੁਤੋ ਪੰਚ ਸੈ ਜਿਸ ਵਿਖੈ। ਜਦੋਂ ਮੈਂ ਦੇਖਿਆ ਗਣ ਕੇ ਜਿਸ ਥੈਲੀ ਵਿੱਚ 500 ਰੁਪਇਆ ਗਿਣਿਆ ਗਣਾਇਆ ਸੀ ਸੋ ਲੈ ਕਰ ਪਾਸੀ। ਮਾਤਾ ਜੀ ਆਪਣੇ ਮੈਂ ਕੂੜ ਲੈ ਲਿਆ। ਸੰਪਟ ਜੇਵਰ ਕੇ ਭਰੇ। ਬਾਕੀ ਕਹਿੰਦੇ ਜਿਹੜੇ ਡੱਬੇ ਆ ਨਾ ਗਹਿਣਿਆਂ ਨਾਲੋਂ ਭਰੇ ਪਏ ਸੀ। ਸਭ ਤਿਆਗਨ ਕੀਨੇ। ਮੈਂ ਉਹ ਸਾਰੇ ਉੱਥੇ ਖੋਲ ਕੇ ਛੱਡ ਦਿੱਤੇ। ਖੋਲ ਧਰ ਕੇ ਤਹਾਂ। ਕਹਿੰਦੇ ਖੋਲ ਕੇ ਤੇ ਗਹਿਣੇ ਜੀ ਬਾਹਰ ਕੱਢ ਕੇ ਉੱਥੇ ਹੀ ਰੱਖ ਦਿੱਤੇ। ਨਹਿ ਕਰ ਮੈਂ ਲੀਨੇ। ਉਹਨਾਂ ਵਿੱਚੋਂ ਕੋਈ ਗਹਿਣਾ ਗੱਟਾ ਮੈਂ ਆਪਣੇ ਹੱਥਾਂ ਵਿੱਚ ਨਹੀਂ ਲਿਆ। ਸਿਰਫ 500 ਰੁਪਇਆ ਲੈ ਲਿਆ। ਇੱਕ ਥਾਤੀ ਲੈ ਨਿਕਸਿਓ। ਮਾਤਾ ਜੀ ਇੱਕ 500 ਰੁਪਏ ਦੀ ਥੈਲੀ ਜੀ ਨਿਕਲੇ ਕੇ ਤੇ ਮੈਂ ਨਿਕਲਿਆ ਹੌਲੀ ਕਿਦੇ ਕੇ। ਸਤਿਗੁਰ ਸਿਮਰੰਤਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰ ਰਿਹਾ ਸੀ ਵੀ ਮਹਾਰਾਜ ਪਰਉਪਕਾਰ ਵਾਸਤੇ ਹੈ ਰੱਖਿਆ ਕਰਨੀ ਜੀ। ਸਭ ਕੀ ਦ੍ਰਿਸ਼ਟ ਬਚਾਏ ਕੈ। ਜਿੰਨੇ ਸਿਪਾਹੀ ਸਿਪੂਹੀ ਜੇ ਖੜੋਤੇ ਸੀ ਸਾਰਿਆਂ ਦੀ ਨਿਗਾਹ ਜੀ ਬਚਾ ਕੇ ਆਇਓ ਉਤਲੰਤਾ। ਬੜੀ ਕਾਹਲੀ ਨਾਲ ਫਿਰ ਮੈਂ ਸੁਰਸਿਆਂ ਵਾਲੇ ਨੂੰ ਆ ਗਿਆ। ਦਿਜ ਨਾਰੀ ਕੋ ਦੀਨ ਤਬ। ਫਿਰ ਜਿਹੜੀ ਬ੍ਰਾਹਮਣ ਦੇ ਘਰ ਵਾਲੀ ਸੀ ਉਹਨੂੰ ਜਾ ਕੇ 500 ਰੁਪਇਆ ਮੈਂ ਦੇ ਦਿੱਤਾ। ਤਨ ਜਾ ਨਿਜ ਵਿਆਹੀ। ਇਸ ਤਰ੍ਹਾਂ ਮਾਤਾ ਜੀ ਉਸ ਬ੍ਰਾਹਮਣੇ ਨੇ ਆਪਣੀ ਲੜਕੀ ਨੂੰ ਵਿਆਹ ਲਿਆ। ਇਮ ਕੀਨਸ ਉਪਕਾਰ ਕੋ। ਇਸ ਤਰ੍ਹਾਂ ਇੱਕ ਵਾਰੀ ਮਾਤਾ ਜੀ ਮੈਂ ਪਰਉਪਕਾਰ ਕੀਤਾ ਸੀ। ਮੈਂ ਲੀਨਸ ਨਾਹੀ। ਤੇ ਗੁਰੂ ਮਹਾਰਾਜ ਨੇ ਕਿਹਾ ਸੀ ਵੀ ਤੂੰ ਨਹੀਂ ਕੋਈ ਲਾਲਚ ਕਰਕੇ ਲੈਣਾ ਉਹਦੇ ਵਿੱਚੋਂ ਮੈਂ ਕੁਝ ਨਹੀਂ ਲਿਆ। ਬਹੁਰ ਸੁਨਹੋ ਜਬ ਪ੍ਰਾਤ ਭੀ। ਇਹ ਮਾਤਾ ਜੀ ਫੇਰ ਸੁਣ ਲੋ ਜਦੋਂ ਉਧਰ ਸਵੇਰ ਹੋਈ ਸੀ ਬੇਗਮ ਤਬ ਜਾਗੀ। ਉਹ ਜਿਹੜੀ ਵੱਡੀ ਬੇਗਮ ਸੀ ਜਹਾਂਗੀਰ ਦੀ ਜਾਗ ਪਈ। ਸੰਪਟ ਜੇਵਰ ਖੁੱਲੇ ਗਨ। ਦੇਖਿਆ ਵੀ ਜਿਹੜੇ ਡੱਬੇ ਜੇ ਗਹਿਣਿਆਂ ਵਾਲੇ ਸਾਰੇ ਖੁੱਲੇ ਪਏ ਐ। ਤਿੰਨ ਹੀਰਨ ਲਾਗੀ। ਉਹਨਾਂ ਸਾਰਿਆਂ ਨੂੰ ਖੁੱਲਿਆਂ ਡੱਬਿਆਂ ਨੂੰ ਵੇਖਣ ਲੱਗ ਪਈ। ਦਾਸੀ ਬ੍ਰਿੰਦ ਜਗਾਏ ਕਰ। ਜਿੰਨੀਆਂ ਦਾਸੀਆਂ ਸੁੱਤੀਆਂ ਪਈਆਂ ਸਾਰਿਆਂ ਨੂੰ ਜਗਾ ਕੇ ਪਾਇਓ ਵੱਡ ਰੌਰਾ। ਉਹ ਬੇਗ ਨੇ ਬੜਾ ਰੌਲਾ ਰੱਪਾ ਪਾਇਆ। ਸਰਬ ਸੰਭਾਰਨ ਕਰਤ ਭੀ। ਉਦੋਂ ਬਾਅਦ ਜਿੰਨੇ ਗਹਿਣੇ ਗੱਟੇ ਜੀ ਸਾਰੇ ਉਹਨਾਂ ਨੇ ਸੰਭਾਲ ਲੈਣਾ ਕੀਤੇ। ਇਤ ਉਤ ਧਨ ਟੋਰਾ। ਇਧਰ ਉਧਰ ਕਹਿੰਦੇ ਧੰਦੀ ਵੀ ਟੋਲ ਕੀਤੀ ਖੋਜ ਕੀਤੀ ਵੀ ਕੋਈ ਮਾਇਆ ਤਾਂ ਨਹੀਂ ਚਲੀ ਗਈ। ਤਸਕਰ ਇੱਕ ਥਾਤੀ ਲਈ। ਜਦੋਂ ਗਣ ਕੇ ਦੇਖਿਆ ਇਹ ਪਤਾ ਚੱਲਿਆ ਵੀ ਚੋਰ ਨੇ ਇੱਕ ਥੈਲੀ ਲੈ ਲਈ। ਔਰ ਸਭ ਛੋਰਾ। ਬਾਕੀ ਜਿੰਨਾ ਸੰਦੂਕ ਭਰਿਆ ਸਾਰਾ ਹੀ ਛੱਡ ਦਿੱਤਾ।
ਮਾਤਾ ਇਹ ਕੈਸੇ ਕਾਰਨ ਭਇਓ। ਇਹ 500 ਰੁਪਇਆ ਲੈ ਕੇ ਗਿਆ, ਇਹ ਕਿਸ ਤਰ੍ਹਾਂ ਦਾ ਕਾਰਨ ਹੋ ਗਿਆ। ਬਹੁਤ ਅਜਲੇ ਥੋੜਾ ਇਹ ਬਹੁਤਾ ਰੁਪਇਆ ਛੱਡ ਦਿੱਤਾ, ਥੋੜਾ ਜਿਹਾ ਲੈ ਕੇ ਚਲਿਆ ਗਿਆ, ਇਹ ਕੀ ਜਹਾਂ ਕਾਰਨ ਹੈ। ਜਹਾਂਗੀਰ ਢਿੱਗ ਜਾਏ ਕਰ। ਆਖਰੀ ਕਹਿੰਦੇ ਕਿਸੇ ਸਿਪਾਹੀ ਨੇ ਜਹਾਂਗੀਰ ਦੇ ਕੋਲ ਜਾ ਕੇ ਕਹਿ ਗਾਥ ਸੁਨਾਈ। ਸਾਰੀ ਰਾਤ ਦੀ ਗੱਲ ਕਹਿ ਕੇ ਸੁਣਾਈ। ਜੇਵਰ ਲਾਖੋ ਕੇ ਤਜੇ। ਇਹ ਜਹਾਂਗੀਰ ਪਾਤਸ਼ਾਹ ਲੱਖਾਂ ਰੁਪਈਆਂ ਦੇ ਜਿਹੜੇ ਗਹਿਣੇ ਸੀ ਨਾ ਸੋਨੇ ਦੇ, ਉਹ ਚੋਰ ਨੇ ਛੱਡ ਦਿੱਤੇ। ਤਸਕਰ ਇੱਕ ਆਈ। ਇੱਕ ਰਾਤ ਨੂੰ ਕੁੱਕ ਸੁੱਤਿਆਂ ਚੋਰ ਆਇਆ ਸੀ। ਦਰਬ 500 ਲੈ ਗਇਓ। ਸਿਰਫ ਕਹਿੰਦੇ 500 ਰੁਪਇਆ ਲੈ ਕੇ ਉਹ ਗਿਆ ਹੈ। ਕੁਛ ਜਾਏ ਨਾ ਜਾਣਾ। ਪਾਤਸ਼ਾਹ ਕੋਈ ਜਾਣਿਆ ਨਹੀਂ ਸਮਝਿਆ ਨਹੀਂ ਜਾਂਦਾ ਵੀ ਇੰਨਾ ਕੋਈ ਛੱਡ ਕੇ ਸਿਰਫ 500 ਕਿਉਂ ਲੱਗਿਆ। ਬਿਸਮਤ ਮਤ ਸਗਰੇ ਭਏ। ਜਿੰਨੇ ਨੌਕਰ ਚਾਕਰ ਰਾਣੀਆਂ ਸਹਿਰ ਸਾਰੇ ਚਿੱਤੇ ਸਿਸ਼ਤਾ ਹੈਰਾਨ ਹੋਏ ਪਏ। ਰਿਸ ਸ਼ਾਹੋ ਮਹਾਨਾ। ਉਧਰ ਜਹਾਂਗੀਰ ਨੂੰ ਵੀ ਸੁਣ ਕੇ ਬੜਾ ਗੁੱਸਾ ਚੜਿਆ। ਨਿਕਟ ਨਿਕਟ ਕੇ ਗ੍ਰਾਮ ਜੇ। ਇਹ ਮਾਤਾ ਜੀ ਫੇਰ ਕੀ ਹੈ, ਜਿਹੜੇ ਨੇੜੇ ਨੇੜੇ ਦੇ ਜਿੰਨੇ ਪਿੰਡ ਨਗਰ ਸ਼ਹਿਰ ਸੀ ਸਭ ਪਕੜ ਮੰਗਾਏ। ਜਿਹੜੇ ਉਹ ਪਿੰਡਾਂ ਦੇ ਪੱਕੇ ਚੋਰ ਸੀ ਸਾਰੇ ਫੜ ਫੜ ਕੇ ਮੰਗਾ ਲਏ। ਦਈ ਸਜਾਏ ਅਨੇਕ ਵਿਦ। ਅਨੇਕਾਂ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਜਾ ਦਿੱਤੀ, ਚੰਗਾ ਝਾਟਾ ਛਕਾਇਆ। ਦੇਹ ਚੋਰ ਦਿਖਾਏ। ਕਹਿੰਦੇ ਵੀ ਜਿਹੜੇ ਤੁਹਾਡੇ ਵਿੱਚੋਂ ਚੋਰੀ ਕਰਕੇ ਲੈ ਕੇ ਗਿਆ ਸਾਨੂੰ ਦਿਖਾ ਦਿਓ, ਨਹੀਂ ਤਾਂ ਤੁਹਾਨੂੰ ਮਾਰਾਂਗੇ। ਨਾਹੇ ਤਾਂ ਫਾਂਸੀ ਡਾਰ ਕੈ। ਨਹੀਂ ਤਾਂ ਦੇਖ ਲੋ ਤੁਹਾਨੂੰ ਕਹਿੰਦੇ ਫਾਂਸੀ ਦੇ ਕੇ। ਸਭ ਕਾਰਾਂ ਬਿਨਾਸਾ। ਜਿੰਨੇ ਤੁਸੀਂ ਹੈਗੇ ਆ ਨਾ ਇਲਾਕੇ ਦੇ ਸਾਰਿਆਂ ਦਾ ਖਾਤਮਾ ਮੈਂ ਕਰਦਿਆਂ ਸਾਹਾਂ ਨੂੰ ਮਾਰਾਂਗਾ। ਸਕਲ ਗ੍ਰਾਮ ਕੋ ਖੋਜ ਕਰ। ਸਾਰੇ ਪਿੰਡਾਂ ਦੇ ਵਿੱਚੋਂ ਖੋਜ ਕੇ ਢੂੰਡ ਕੇ ਆਨਾ ਤਿਸ ਪਾਸਾ। ਜਿਹੜਾ ਅਸਲੀ ਚੋਰ ਆ ਉਹਨੂੰ ਲੱਭ ਕੇ ਲਿਆਓ ਤੁਸੀਂ ਨਗਰਾਂ ਦੇ ਲੋਕ। ਗ੍ਰਾਮ ਸਰਹਾਲੀ ਕੇ ਗਏ। ਇੱਧਰ ਜਿਹੜੇ ਮੇਰੇ ਨਾਨਕੇ ਸਰਹਾਲੀ ਪਿੰਡ ਦੇ ਲੋਕ ਸੀ ਉਹ ਵੀ ਗਏ ਜਹਾਂਗੀਰ ਕੋਲ। 3 ਬਾਕ ਬਖਾਨਾ। ਉਹਨਾਂ ਨੇ ਬਚਨ ਕਿਹਾ ਪਾਤਸ਼ਾਹ ਨੂੰ, ਵਿਦਿਆ ਹਮਰੋ ਦੋਹਿਤਾ। ਵੀ ਸਾਡਾ ਜਿਹੜਾ ਵਿਧੀ ਚੰਦ ਹੈ ਉਹ ਸੰਸਾਰੀ ਸੰਬੰਧ ਕਰਕੇ ਦੋਤਾ ਲੱਗਦਾ ਹੈ। ਆਤਸ਼ਾ ਬੁੱਧਵਾਨ। ਉਹ ਵੀ ਬੜਾ ਅਕਲਵਾਲ ਬੁੱਧੀਵਾਨ ਹੈ, ਉਹਨੂੰ ਪੁੱਛਦੇ ਉਹ ਐਸਾ ਕੁਝ ਕਰਾ ਸਕਦਾ ਹੈ। ਉਪਕਾਰੀ ਸੋ ਕਰੈ ਗੋ। ਕਹਿੰਦੇ ਉਹ ਪਰਉਪਕਾਰੀ ਹੈ, ਉਹ ਕੋਈ ਨਾ ਕਿਨਾ ਤੁਹਾਨੂੰ ਛਡਾਉਣ ਦਾ ਉਪਰਾਲਾ ਹੀਲਾ ਕਰ ਦੇਵੇ। ਤੁਮਰੋ ਦੁਖ ਹਾਨਾ। ਉਹਦੇ ਕੋਲ ਤੁਸੀਂ ਇਕੱਠੇ ਹੋ ਕੇ ਚਲੇ ਜਾਓ, ਪਰਉਪਕਾਰੀ ਹੈ, ਤੁਹਾਡਾ ਦੁੱਖ ਨਾਸ਼ ਕਰਦੇ, ਸਾਰਿਆਂ ਦਾ ਖਹਿੜਾ ਛਡਾ ਦੇਵੇ। ਕਮ ਨਹੁ ਬੂਝੈ ਤਾਹੇ ਕੋ। ਇਸ ਕਰਕੇ ਵੀ ਸੁਰ ਸਿੰਘ ਪੰਡਵਾੜੇ ਤੁਸੀਂ ਚਲੇ ਜਾਓ, ਵਿਧੀ ਚੰਦ ਸਾਡੇ ਜੋਤੇ ਨੂੰ ਜਾ ਕੇ ਪੁੱਛੋ। ਕਹਿ ਕੀਨ ਪਿਆਨਾ। ਇਸ ਤਰ੍ਹਾਂ ਕਹਿੰਦੇ ਕਹਿ ਕੇ ਉੱਥੇ ਚੱਲਣਾ ਕੀਤਾ ਸਭ ਨੇ। ਕਹਿਓ ਜੋਰ ਕਰ ਜਬ ਮਿਲਿਓ। ਕਹਿੰਦੇ ਜਦੋਂ ਗਏ ਨੇ ਸਾਰਿਆਂ ਨੇ ਹੱਥ ਜੋੜ ਕੇ ਵਿਧੀ ਚੰਦ ਨੂੰ ਆਖਿਆ, ਇਹੋ ਕਰ ਉਪਕਾਰਾ। ਉਹ ਵਿਧੀ ਚੰਦ ਬਹਾਦਰਾ ਵੀ ਆ, ਲੋਕਾਂ ਨੂੰ ਛਡਾਉਣ ਦਾ ਪਰਉਪਕਾਰ ਤੂੰ ਕਰ। ਬੰਧਨ ਮਹਿ ਨਾਰ ਕੈਦ ਹੈ। ਕਹਿੰਦੇ ਪਿੰਡਾਂ ਦੇ ਲੋਕ ਸਾਰੇ ਬੰਨ ਬੰਨ ਕੇ ਕੈਦ ਵਿੱਚ ਸੁੱਟੇ ਪਏ। ਮਾਰੇ ਬਹੁ ਬਾਰਾ। ਬਹੁਤ ਵਾਰੀ ਉਹਨਾਂ ਨੂੰ ਮਾਰਿਆ ਕੁੱਟਿਆ ਵੀ। ਦੱਸੋ ਤੁਹਾਡੇ ਚੋਂ ਕਿਹੜਾ ਲੈ ਕੇ ਗਿਆ। ਬਹੁਤਨ ਕੀ ਸੁਨ ਦੀਨਤਾ। ਇਹ ਮਾਤਾ ਜੀ ਬਹੁਤੇ ਲੋਕਾਂ ਦੀ ਦੀਨਤਾਈ ਲੇਰੜੀਆਂ ਜੀਆਂ ਕੱਢਦੇ ਸੁਣ ਕੇ ਮੈਂ ਹਿਰਦੈ ਵਿਚਾਰੇ। ਮੈਂ ਆਪਣੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਇੱਕ ਮੇਰੇ ਉਪਚਾਰ ਤੇ ਵੀ ਮੇਰਾ ਇੱਕ ਉਦਮ ਕਰਨ ਦੇ ਨਾਲ ਹੋਵਤ ਸੁਖ ਸਾਰੇ। ਸਾਰਿਆਂ ਨੂੰ ਸੁਖ ਹੋ ਜਾਊ, ਮੈਂ ਹੀ ਉਦਮ ਕਰਾਂ, ਮੈਂ ਹੀ ਇਹਨਾਂ ਦਾ ਖੜਾ ਛਡਾਵਾਂ। ਗਇਓ ਸੰਗ ਤਿੰਨ ਕੇ ਤਬੈ। ਮਾਤਾ ਜੀ ਫਿਰ ਉਹ ਵਿਚਾਰ ਕੇ ਉਹ ਲੋਕਾਂ ਦੇ ਮੈਂ ਨਾਲ ਚਲਾ ਗਿਆ।
ਨਹ ਭੈ ਔਰ ਧਾਰਾ। ਮੈਂ ਮਹਾਰਾਜ ਦਾ ਆਸਰਾ ਲੈ ਕੇ ਜਹਾਂਗੀਰ ਦਾ ਕੋਈ ਡਰ ਹੀ ਨਹੀਂ ਧਾਰਿਆ। ਗੁਰੂ ਭਰੋਸਾ ਮੋਹਿ ਕੋ। ਕਿਉਂਕਿ ਮੈਨੂੰ ਗੁਰੂ ਅਰਜਨ ਦੇਵ ਜੀ ਦੇ ਉੱਪਰ ਪੂਰਾ ਭਰੋਸਾ ਸੀ। ਹੋਇ ਬਾਕ ਨ ਬਾਰਾ। ਮਹਾਰਾਜ ਨੇ ਕਿਹਾ ਸੀ ਤੇਰਾ ਰੋਮਨੀ ਬਾਲ ਬਿੰਗਾਨੀ ਹੋਵੇਗਾ। ਜਹਾਂਗੀਰ ਜਹ ਥਿਰ ਹੋਤੋ। ਏ ਮਾਤਾ ਜੀ ਜਿੱਥੇ ਜਹਾਂਗੀਰ ਟਿਕਿਆ ਹੋਇਆ ਤਹ ਲੋ ਪਹੁੰਚਾਇਓ। ਉੱਥੇ ਲੋਕਾਂ ਨੇ ਮੈਨੂੰ ਕੱਲੇ ਨੇ ਪਹੁੰਚਾਤਾ ਵੀ ਇਹਦੇ ਨਾਲ ਗੱਲ ਕਰ ਲੋ ਜੀ। ਮੇਰੀ ਦਿਸ਼ਾ ਬਿਲੋਕ ਕੈ। ਏ ਮਾਤਾ ਜੀ ਮੇਰੀ ਤਰਫੋਂ ਜਹਾਂਗੀਰ ਨੇ ਤੱਕ ਕੇ ਇਮ ਸ਼ਾਹੋ ਅਲਾਇਓ। ਜੋ ਜਹਾਂਗੀਰ ਨੇ ਆਖਿਆ ਤੂੰ ਤਸਕਰ ਹੈ ਦਰਬ ਕੋ। ਕਹਿੰਦੇ ਤੂੰ ਸਾਡੇ ਘਰ ਦਾ ਚੋਰ ਹੈ। ਤੂੰ ਇਹ ਜਿਹੜਾ ਰੁਪਈਆ 500 ਹੈ ਮੈਂ ਸੁਨਤ ਬਖਾਨਾ। ਲੈ ਕੇ ਗਿਆ ਤੂੰ ਚੋਰ ਹੈ। ਮੈਂ ਸੁਣ ਕੇ ਜਹਾਂਗੀਰ ਨੂੰ ਸ਼ੱਕ ਹੋ ਕੇ ਕਹਿ ਦਿੱਤਾ ਕਹਿਓ ਆਪ ਕੋ ਸਾਚ ਹੈ। ਇਹ ਪਾਤਸ਼ਾਹ ਆਪ ਜੀ ਦਾ ਜਿਹੜਾ ਬਚਨ ਕਿਹਾ ਬਿਲਕੁਲ 16 ਆਨੇ ਸੱਚਾ ਹੈ। ਹੋ ਹੀ ਹਰਿਆਣਾ। ਇਹ 500 ਰੁਪਈਆ ਮੈਂ ਹੀ ਚੁਰਾ ਕੇ ਚੁੱਕ ਕੇ ਲਗਿਆ ਸੀ। ਸਾਹੋ ਭਨਤ ਕਿਸ ਹੇਤ ਤੇ। ਜਹਾਂਗੀਰ ਨੇ ਕਿਹਾ ਕਹਿੰਦੇ ਕਿਸ ਕਾਰਨ ਕਰਕੇ। ਧਨ ਲੀਨ ਸਥੋਰਾ। ਇਹ ਤਾਂ ਥੋੜਾ ਜਿਹਾ ਧਨ ਕਿਉਂ ਲਿਆ ਇਹਦਾ ਕਾਰਨ ਕੀ ਹੈ। ਹੀਰੇ ਮੁਕਤਾ ਦਿਪਤ ਗਨ। ਉੱਥੇ ਕਹਿੰਦੇ ਹੀਰੇ ਸੀ ਹੋਰ ਮੋਤੀ ਸਨ ਬੜੇ ਪ੍ਰਕਾਸ਼ ਦੇ ਲਿਸ਼ਕਦੇ ਸਨ। ਕੰਚਨ ਮਹਿ ਬੋਰਾ। ਜਿਹੜੇ ਸੋਨੇ ਦੇ ਗਹਿਣਾ ਵੇ ਹੀਰੇ ਮੋਤੀ ਲਾਏ ਸੀ ਉਹ ਪ੍ਰਕਾਸ਼ ਦੇ ਸੀ ਉਹ ਤੂੰ ਚੁੱਕ ਕੇ ਨਹੀਂ ਲਗਿਆ। ਸੋ ਤਿਆਗੇ ਤਹ ਹੀ ਪਰੇ। ਕਹਿੰਦੇ ਉਹ ਸਾਰੇ ਛੱਡਦੇ ਉੱਥੇ ਹੀ ਉਹ ਡੱਬਿਆਂ ਵਿੱਚ ਬਾਹਰ ਕੱਢੇ ਖੁੱਲੇ ਜੇ ਪਏ ਸੀ। ਸਭ ਖੋਲ ਨਿਹਾਰੇ। ਹਾਂਜੀ ਬਈ ਤੂੰ ਸਾਰੇ ਖੋਲ ਖੋਲ ਕੇ ਉਹ ਬੜੇ ਕੀਮਤੀ ਗਹਿਣੇ ਦੇਖੇ। ਕਹੋ ਸਾਚ ਇਸ ਬਾਤ ਕੋ। ਕਹਿੰਦੇ ਇਹ ਜਿਹੜੀ ਗੱਲ ਬਾਤ ਹੈ ਨਾ ਬਿਲਕੁਲ ਤੂੰ ਸੱਚੀ ਕਹਿ ਦੇ। ਨਤ ਦਹਿ ਮਾਰੇ। ਦੇਖ ਲਾ ਐਸਾ ਕਹਿੰਦੇ ਮਾਰ ਕਰਾਂਗੇ ਬਿਲਕੁਲ ਤੈਨੂੰ ਖਤਮ ਕਰਾ ਦਿਆਂਗੇ ਮਾਰ ਮੁਕਾਵਾਂਗੇ। ਬਿਨਾ ਤਰਾਸ ਤਬ ਮੈਂ ਕਹੀ। ਇਹ ਮਾਤਾ ਜੀ ਮੈਂ ਬਿਨਾ ਕਿਸੇ ਡਰ ਭਰ ਤੋਂ ਸੱਚੀ ਗੱਲ ਜਹਾਂਗੀਰ ਨੂੰ ਕਹਿ ਦਿੱਤੀ। ਸ੍ਰੀ ਅਰਜਨ ਨਾਥਾ। ਇਹ ਮੇਰੇ ਮਾਲਕ ਇਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਸੋ ਮੇਰੇ ਸਤਿਗੁਰ ਹੈ। ਉਹਨਾਂ ਤੋਂ ਮੈਂ ਉਪਦੇਸ਼ ਲਿਆ ਉਹ ਇਸ ਵੇਲੇ ਮੇਰੇ ਸਵੇਰੇ ਸੱਚੇ ਸਤਿਗੁਰੂ ਹਨ। ਮਾਥੇ ਪਰ ਹੱਥ। ਉਹਨਾਂ ਨੇ ਮੇਰੇ ਮੱਥੇ ਤੇ ਮਿਹਰ ਭਰਿਆ ਹੱਥ ਰੱਖਿਆ ਹੋਇਆ। ਤਿਨੈ ਕਹਿਓ ਉਪਕਾਰ ਹਿਤ। ਮੈਂ ਕਿਹਾ ਸੀ ਵੀ ਚੋਰੀ ਦਾ ਸੁਭਾਅ ਹੋਇਆ ਪਿਆ ਹੈ ਛੱਡਿਆ ਨਹੀਂ ਜਾਂਦਾ ਹੈ। ਫਿਰ ਉਹਨਾਂ ਨੇ ਕਹਿ ਦਿੱਤਾ ਵੀ ਪਰਪਕਾਰ ਵਾਸਤੇ ਚੋਰੀ ਵੀ ਠਾਨ। ਚੰਗਾ ਵੀ ਵਿਧੀ ਚੰਦ ਤੂੰ ਆਪਣਾ ਸੁਭਾਅ ਪਰਪਕਾਰ ਰੂਪ ਦੇ ਵਿੱਚ ਪੂਰਾ ਕਰ ਲਿਆ ਕਰ। ਸੋ ਸਿੱਖਿਆ ਮੈਂ ਧਾਰ ਔਰ। ਉਹ ਬਈ ਗੁਰੂ ਮਹਾਰਾਜ ਦੀ ਜਿਹੜੀ ਸਿੱਖਿਆ ਹਿਰਦੇ ਵਿੱਚ ਧਾਰ ਲਈ ਹੋਈ ਹੈ। ਵਰਤੋਂ ਹਿਤ ਜਾਨਾ। ਆਏ ਕਹਿੰਦੇ ਕਾਰਨ ਜਾਣ ਲਾ ਇਸ ਤਰ੍ਹਾਂ ਮੈਂ ਉਹ ਪਰਪਕਾਰ ਵਾਸਤੇ ਉਹਨਾਂ ਦੀ ਸਿੱਖਿਆ ਨੂੰ ਮੰਨ ਲੈਣਾ। ਦਿਜ ਤਨ ਜਾ ਕੁਆਰੀ ਹੁਤੀ। ਜੇ ਤੂੰ ਕਹੇ ਵੀ 500 ਰੁਪਈਆ ਕਿਉਂ ਲੈ ਕੇ ਗਿਆ। ਇੱਕ ਬ੍ਰਾਹਮਣ ਦੀ ਲੜਕੀ ਕਹਿੰਦੇ ਕੁਆਰੀ ਹੈ ਸੀ। ਦੇਖਿਓ ਘਰ ਦੀਨਾ। ਦੇਖਿਆ ਘਰੋਂ ਬੜੀ ਗਰੀਬਣੀ ਸੀ ਉਹ। ਕਰੀ ਜਾਚਨਾ ਆਨ ਢਿਗ। ਉਹ ਗਰੀਬਣੀ ਬ੍ਰਾਹਮਣੀ ਮੇਰੇ ਕੋਲ ਆ ਕੇ ਮੰਗ ਕੀਤੀ। ਸਭ ਵਸਤ ਬਹੀਨਾ। ਸਾਡਾ ਕਰਤਾ ਵਿਧੀ ਚੰਦ ਸਾਰੀਆਂ ਵਸਤੂਆਂ ਤੋਂ ਬਿਨਾਂ ਖਾਲੀ ਹੈ। ਦਰਬ ਪੰਚ ਸਹਿ ਵਿਆਹ ਕੇ। ਮੈਨੂੰ ਕਿਹਾ ਵਿਧੀ ਚੰਦ 500 ਰੁਪਈਆ ਵਿਆਹ ਵਾਸਤੇ। ਹਿਤ ਖਰਚ ਬਖਾਨਾ। ਮੈਂ ਆਪਣੇ ਵਿਆਹ ਦੇ ਖਰਚ ਵਾਸਤੇ ਮੈਨੂੰ ਦੱਸ ਦਿੱਤਾ ਵੀ ਇੰਨੇ ਕੁ ਨਾਲ ਲੜਕੀ ਦਾ ਹੋ ਜਾਏਗਾ। ਤਿਸ ਹਿਤ ਮੈਂ ਗਮਨਿਓ ਹੁਤ। ਇਹ ਜਹਾਂਗੀਰ ਸੱਚ ਤਾਂ ਇਹ ਉਹ ਲੜਕੀ ਦੇ ਵਿਆਹ ਵਾਸਤੇ 500 ਰੁਪਈਆ ਲੈਣ ਵਾਸਤੇ ਮੈਂ ਚੰਬੇ ਰਿਆਸ ਪੱਤਨ ਘਾਟ ਤੇ ਗਿਆ ਸੀ। ਕੀ ਕਾਜ ਮਹਾਨਾ। ਇਸ ਕਰਕੇ ਉਹਦੇ ਘਰ ਦਾ ਮਹਾਨ ਇਹ ਕੰਮ ਕੀਤਾ। ਉਹਦੀ ਲੜਕੀ ਵਾਸਤੇ ਬੰਦੋਬਸਤ ਕੀਤਾ ਮੈਨੇ। ਅੰਗੀਕਾਰ ਨ ਕੁਛ ਕਰਾਂ। ਬਾਕੀ ਵੀ ਗੁਰੂ ਮਹਾਰਾਜ ਦਾ ਬਚਨ ਹੈ ਆਪਣੇ ਵਾਸਤੇ ਮੈਂ ਕੁਝ
ਨਹੀਂ ਲੈਂਦਾ ਗ੍ਰਹਿਣ ਕਰਦਾ। ਨਹਿ ਲਾਲਚ ਕਿਉਂਕਿ ਮੇਰੇ ਮੇਰੇ ਮਨ ਵਿੱਚ ਕੋਈ ਪਦਾਰਥ ਦਾ ਧੰਦਾ ਲਾਲਚ ਹੈ ਨਹੀਂ ਹੈ। ਜਿਤ ਕ ਚਾਹੀਏ ਉਪਕਾਰ ਹਿਤ ਇਹ ਤਾਂ ਦੂਜਿਆਂ ਤੇ ਪਰਉਪਕਾਰ ਵਾਸਤੇ ਜਿੰਨਾ ਕੁ ਚਾਹੀਦਾ ਸੀ ਲਿਆਇਓ ਬਿਨ ਦੇਰੇ। ਉਹ ਭਈ ਉਹ ਬ੍ਰਹਮਣੀ ਦੇ ਕਹਿਣ ਕਰਕੇ ਕਹਿੰਦੇ ਬਿਨਾਂ ਦੇਰੇ ਤੋਂ ਤੇਰੇ ਬੇਗਵਾ ਕੋਲੋਂ ਸੁਦੁੱਖਾਂ ਵਿੱਚੋਂ ਮੈਂ ਚੁੱਕ ਕੇ ਲੈ ਆਇਆ। ਸ੍ਰੀ ਅਰਜਨ ਕੋ ਨਾਮ ਸੁਨ। ਹਾਂ ਉਸ ਵੇਲੇ ਕਹਿੰਦੇ ਮਾਤਾ ਜੀ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਮ ਸੁਣ ਕੇ ਵੀ ਤੂੰ ਉਹਨਾਂ ਦਾ ਮਹਾਨ ਗੁਰਸਿੱਖ ਹੈ। ਸਿਰ ਸ਼ਾਹੋ ਨਿਵਾਇਓ ਮੈਂ ਪਰਉਪਕਾਰ ਕਰਦਾ ਹੈ। ਕਹਿੰਦੇ ਉਸ ਵੇਲੇ ਜਹਾਂਗੀਰ ਨੇ ਸੀਸ ਹੇਠਾਂ ਨਵਾ ਦਿੱਤਾ, ਝੁਕਾ ਦਿੱਤਾ। ਦੀਏ ਛੋਰ ਮਾਨਵ ਸਕਲ। ਕਹਿੰਦੇ ਲੈ ਵੀ ਵਿਧੀ ਚੰਦ ਜੇ ਤੂੰ ਪਰਉਪਕਾਰ ਵਾਸਤੇ ਇਹ ਕੁਝ ਕਰਿਆ ਫਿਰ ਕੋਈ ਗੱਲ ਨਹੀਂ ਹੈ। ਬਾਕੀ ਜਿੰਨੇ ਲੋਕ ਫੜੇ ਸੀ ਸਾਰੇ ਛੱਡ ਦਿੱਤੇ। ਲੈ ਘਰ ਮੈਂ ਆਇਓ ਉਹ ਮਾਤਾ ਜੀ ਸਾਰਿਆਂ ਨੂੰ ਛਡਾ ਕੇ ਮੈਂ ਆਪਣੇ ਨਾਲ ਲੈ ਆਇਆ ਸੀ। ਇਤਿਆਦਿਕ ਬਹੁ ਬਾਰ ਮੈਂ ਇਸ ਤੋਂ ਆ ਲੈ ਕੇ ਹੋਰ ਵੀ ਕਈ ਵਾਰੀ ਹਿਤ ਪਰ ਉਪਕਾਰਾ। ਇਹ ਮਾਤਾ ਜੀ ਦੂਜਿਆਂ ਉੱਪਰ ਪਰਉਪਕਾਰ ਕਰਨ ਵਾਸਤੇ ਆਨਿਓ ਦਰਬ ਚੁਰਾਏ ਕਰ। ਹਾਂ ਕਹਿੰਦੇ ਇਸ ਤਰ੍ਹਾਂ ਧਨ ਚੁਰਾ ਕੇ ਮੈਂ ਲਿਆਂਦਾ ਸੀ। ਨਹਿ ਅੰਗੀਕਾਰਾ ਪਰ ਉਹਦੇ ਵਿੱਚੋਂ ਮੈਂ ਆਪ ਕੁਝ ਨਹੀਂ ਗ੍ਰਹਿਣ ਕੀਤਾ, ਆਪ ਉਹਦੇ ਵਿੱਚੋਂ ਧੇਲਾ ਵੀ ਨਹੀਂ ਲਿਆ। ਜੋ ਲਿਆ ਉਹ ਦੂਜਿਆਂ ਨੂੰ ਦੇ ਦਿੱਤਾ ਸੀ। ਸੁਨ ਬੇਸਮਾਨੀ ਨਾਨਕੀ। ਹਾਂ ਇਸ ਤਰ੍ਹਾਂ ਕਹਿੰਦੇ ਮਾਤਾ ਨਾਨਕੀ ਜੀ ਸੁਣ ਕੇ ਬੜੀ ਹੁਸ਼ਿਆਰੀ ਹੋਈ ਔਰ ਵੇਖੈ ਵਿਚਾਰੀ। ਦੇ ਵਿੱਚ ਬੜਾ ਸੋਚਿਆ ਵਿਚਾਰਿਆ। ਕਹੈ ਕਿ ਨਹਿ ਇਹ ਮੋਹ ਹਿਤ ਕਰੈ ਕਿ ਨਹਿ ਇਹ ਮੋਹ ਹਿਤ। ਵੇ ਮੇਰੇ ਵਾਸਤੇ ਇਸ ਤਰ੍ਹਾਂ ਇਹ ਕੋਈ ਕਰਤੱਵ ਕਰਦਾ ਕਿ ਨਹੀਂ। ਪਰਖਨ ਵਿਦ ਸਾਧਾਰੀ। ਪਰਖਣੀ ਦੀ ਜਿਹੜੀ ਜੁਗਤੀ ਜੀ ਧਾਰਨ ਕਰ ਲਈ ਵੀ ਇਹ ਵਿਧੀ ਚਾਂਦੀ ਪਰਖ ਵੀ ਕਰੀਏ। ਸ੍ਰੀ ਸਤਿਗੁਰ ਕੇ ਸੁਨਤ ਹੀ ਗੁਰੂ ਹਰਗੋਬਿੰਦ ਸਾਹਿਬ ਮਰਦੇ ਸੁਣਦਿਆਂ ਸੁਣਦਿਆਂ ਮੁਖ ਹਸਤ ਬਖਾਨੀ। ਨਾਨਕੀ ਜੀ ਨੇ ਮੁਖੋਂ ਹੱਸਦਿਆਂ ਹੱਸਦਿਆਂ ਵਿਧੀ ਚੰਦ ਨੂੰ ਕਿਹਾ ਵਿਧੀ ਚੰਦ ਗੁਰ ਸਿੱਖ ਤੂੰ। ਵੇ ਵਿਧੀ ਚੰਦਾ ਤੂੰ ਗੁਰੂ ਮਹਾਰਾਜ ਦਾ ਬਹੁਤ ਵੱਡਾ ਮਹਾਨ ਸਿੱਖ ਤੇ ਬੁੱਧੀਵਾਨ ਹੈ। ਮਤ ਚਤੁਰ ਮਹਾਨੀ। ਤੇਰੀ ਜਿਹੜੀ ਅਕਲ ਮਤ ਹੈ ਬਹੁਤ ਕਹਿੰਦੇ ਚਤੁਰ ਹੈ। ਘਨੇ ਕਰੇ ਉਪਕਾਰ ਤੈ। ਤੂੰ ਭਈ ਗਰੀਬਾਂ ਉੱਪਰ ਬੜੇ ਪਰਉਪਕਾਰ ਕੀਤੇ। ਅਰ ਗੁਰ ਕੇ ਕਾਜਾ। ਬਾਕੀ ਗੁਰੂ ਕੇ ਵੀ ਕੰਮ ਕੀਤੇ, ਘੋੜੇ ਲਿਆਇਆ ਹੈ। ਆਤਸ਼ੈ ਚਾਤੁਰਤਾ ਧਰੇ। ਬਹੁਤ ਕਹਿੰਦੇ ਸਿਆਣਪ ਧਾਰ ਕੇ ਆਨੇ ਜੁਗ ਬਾਜਾ। ਇੱਕ ਨਹੀਂ ਦੋ ਘੋੜੇ ਤੂੰ ਲੈ ਕੇ ਆਇਆ ਕਿਲੇ ਵਿੱਚੋਂ। ਕਰੇ ਰਿਝਾਵਨ ਸਕਲ ਵਿਦ। ਇਸ ਤਰ੍ਹਾਂ ਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੌਤਰਾ ਕਰਕੇ ਤੂੰ ਆਪਣੇ ਉੱਪਰ ਖੁਸ਼ ਕਰ ਲਿਆ। ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਭਰ ਲੈ ਲਿਆ ਹੈ। ਦੇ ਖੁਸ਼ੀ ਵਿਸਾਲਾ। ਹਾਂ ਮਹਾਰਾਜ ਨੇ ਤੈਨੂੰ ਬੜੀਆਂ ਖੁਸ਼ੀਆਂ ਦਿੱਤੀਆਂ। ਅਬ ਮੇਰੋ ਵੀ ਕਾਜ ਕਰ। ਚੰਗਾ ਵੇ ਵਿਧੀ ਚੰਦ ਇੱਕ ਮੇਰਾ ਵੀ ਕੰਮ ਉਹ ਵੀ ਕਰ ਦੇ। ਨਿਤ ਰਹੋ ਸੁਖਾਲਾ। ਜੇ ਤੂੰ ਕਰ ਰਹੇ ਤਾਂ ਫਿਰ ਤਾਂ ਹਮੇਸ਼ਾ ਹੀ ਖੜਾ ਰਹੇਗਾ, ਸੌਖਾ ਰਹੇਗਾ। ਕਰ ਜੋਰਤ ਵਿਧੀਏ ਕਹਿਓ। ਵਿਧੀ ਚੰਦ ਨੇ ਦੋਵੇਂ ਹੱਥ ਜੋੜ ਕੇ ਮਾਤਾ ਨੂੰ ਕਿਹਾ ਮੈਂ ਧੰਨ ਮਹਾਨਾ। ਮਾਤਾ ਜੀ ਮੈਂ ਬਹੁਤ ਧੰਤਾ ਯੋਗ ਹੋਵਾਂਗਾ ਜਿਸ ਤੇ ਮਾਤ ਪ੍ਰਸੰਨ ਹੋਏ। ਜਿਸ ਕੰਮ ਕਰਨ ਤੋਂ ਮਾਤਾ ਜੀ ਤੁਸੀਂ ਪ੍ਰਸੰਨ ਹੋ ਜਾਓ। ਨਿਜ ਕਾਜ ਬਖਾਨਾ। ਇਸ ਕਰਕੇ ਮਾਤਾ ਜੀ ਤੁਸੀਂ ਆਪਣਾ ਕੰਮ ਤਾਂ ਮੈਨੂੰ ਦੱਸੋ, ਮੈਂ ਹੁਣੇ ਹੀ ਕਰ ਦਿੰਨਾ। ਮਿਥਿਆ ਤਨ ਤੁਮ ਹਿਤ ਲਗ ਹੈ। ਇਹ ਸਰੀਰ ਤਾਂ ਨਾਸਵੰਤ ਹੈ, ਇੱਕ ਦਿਨ ਚਲਿਆ ਹੀ ਜਾਣਾ, ਹੱਡ ਚਮ ਨੇ ਸੜ ਜਾਣਾ। ਇਸ ਕਰਕੇ ਕਿਸੇ ਪਰਉਪਕਾਰ ਦੇ ਕੰਮ ਵਿੱਚ ਨਹਿ ਆਛੋ ਔਰੀ। ਜੇ ਪਰਉਪਕਾਰ ਵਿੱਚ ਸਰੀਰ ਵੀ ਲੱਗ ਜਾਏ ਇਹਦੇ ਨਾਲ ਹੋਰ ਕੀ ਚੰਗਾ ਹੁੰਦਾ ਹੈ। ਕਰੋ ਆਪ ਕੋ ਕਾਰ ਮੈਂ। ਇਹ ਮਾਤਾ ਜੀ ਆਪ ਦਾ ਕੰਮ ਤਾਂ ਮੈਂ ਜ਼ਰੂਰ ਕਰਾਂਗਾ। ਕਸ ਬਿਖਮ ਸੁਠੌਰੀ। ਭਾਵੇਂ ਕਿਹੋ ਜੀ ਔਖੀ ਜਗ੍ਹਾ ਹੋਵੇ ਉਹ ਕੰਮ ਉੱਥੇ ਹੀ ਜਾ ਕੇ ਕਰਾਂਗਾ। ਸੁਨ ਸ਼ਰਦਾ ਕੇ ਬਾਕ ਕੋ। ਮਾਤਾ ਜੀ ਨੇ ਵਿਧੀ ਚੰਦ ਦੇ ਸ਼ਰਧਾ ਭਰੇ ਬਚਨ ਸੁਣ ਕੇ
ਤਬ ਮਾਤ ਬਖਾਨਾ। ਜਦੋਂ ਮਾਤਾ ਨਾਨਕੀ ਜੀ ਨੇ ਕਹਿ ਦਿੱਤਾ, ਜਹਾਂਗੀਰ ਕੀ ਬੇਗਮਾ। ਕਹਿੰਦੇ ਵੀ ਜਿੱਥੇ ਹੁਣ ਜਹਾਂਗੀਰ ਦੀਆਂ ਬੇਗਮਾਂ ਹਨ, ਹੋਏ ਅਬ ਹੋਏ ਜਿਸ ਥਾਨਾ। ਜਿਸ ਥਾਂ ਤੇ ਕਹਿੰਦੇ ਵੀ ਉਹ ਹੋਣ, ਜੇਵਰ ਜੇਵਰ ਤਿਨਹੋ ਕੇ। ਜਿਹੜੇ ਸ੍ਰੇਸ਼ਟ ਉਹਨਾਂ ਦੇ ਕਹਿੰਦੇ ਪਾਉਣ ਵਾਲੇ ਗਹਿਣੇ ਹਨ। ਮਮ ਹਿਤ ਦੇਹ ਆਨੀ। ਕਹਿੰਦੇ ਜੇ ਤੂੰ ਉਹ ਲਿਆ ਕੇ ਦੇਵੇਂ ਨਾ ਜਿਹੜੇ ਉਹ ਗਹਿਣੇ ਪਾਉਣੀਆਂ ਹਮੇਸ਼ਾ। ਹੀਰੇ ਮੁਕਤਾ ਜਿਨਹੋ ਮਹਿ। ਜਿਨ੍ਹਾਂ ਗਹਿਣਿਆਂ ਵਿੱਚ ਹੀਰੇ ਤੇ ਮੋਤੀ ਜੜੇ ਹੋਏ। ਲਗ ਮੋਲ ਮਹਾਨੀ। ਜਿਨ੍ਹਾਂ ਉੱਪਰ ਬਹੁਤ ਰੁਪਈਆ ਲੱਗਿਆ ਹੋਇਆ। ਸੁਨ ਵਿਧੀਏ ਬੰਧਨ ਕਰੀ। ਸੁਣ ਕੇ ਵਿਧੀ ਚੰਦ ਨੇ ਮੱਥਾ ਟੇਕਿਆ, ਮਾਤਾ ਇਹ ਕਿਹੜੀ ਗੱਲ ਹੈ? ਮੈਂ ਲਿਆਵੋ ਜਾਈ। ਹੁਣੇ ਮੈਂ ਲਿਆ ਜਾ ਕੇ ਲੈ ਆਉਣਾ। ਗੁਰ ਆਇਸ ਤੇ ਗਮਨ ਕੀਏ। ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਲੈ ਕੇ ਚੱਲਣਾ ਕੀਤਾ। ਔਰ ਹਰਖ ਉਪਾਈ। ਦੇ ਵਿੱਚ ਬੜਾ ਖੁਸ਼ ਹੈ ਵੀ ਮਹਾਰਾਜ ਮਾਤਾ ਨੇ ਆ ਕੰਮ ਲਈ ਕਹਿ ਦਿੱਤਾ ਹੈ। ਦਈ ਆਸਿਖਾ ਨਾਨਕੀ। ਮਾਤਾ ਨਾਨਕੀ ਜੀ ਨੇ ਵਿਧੀ ਚੰਦ ਨੂੰ ਅਸ਼ੀਰਵਾਦ ਦੇ ਦਿੱਤੀ ਹੈ। ਸੁਖ ਤੋਹਿ ਸਰੀਰੰ। ਹੈ ਵਿਧੀ ਚੰਦ ਤੇਰੇ ਸਰੀਰ ਨੂੰ ਸਭ ਤਰ੍ਹਾਂ ਕਰਕੇ ਸੁਖ ਹੀ ਸੁਖ ਰਹੇ। ਨਹਿ ਸੰਕਟ ਕਬਹੂ ਬਨਹਿ। ਇਹ ਵੀ ਮੈਂ ਵਰ ਦੇਨੀ ਹੈ ਤੈਨੂੰ ਕਦੇ ਵੀ ਕੋਈ ਦੁੱਖ ਨਾ ਬਣੇ। ਗੁਰ ਸਿੱਖ ਵੱਡ ਬੀਰੰ। ਕਿਉਂਕਿ ਤੂੰ ਗੁਰੂ ਕਾ ਸਿੱਖ ਵੀ ਹੈ ਤੇ ਬੜਾ ਸੂਰਬੀਰ ਵੀ ਹੈ। ਦੋਹਰਾ ਲੈ ਕਰ ਆਸਿਖ ਮਾਤ ਤੇ। ਕਿਉਂ ਮਾਤਾ ਜੀ ਤੋਂ ਆਗਿਆ ਲੈ ਕੇ ਗੁਰ ਰਜਾਏ ਕੋ ਪਾਏ। ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਪਾ ਕੇ ਲਵਪੁਰ ਕੇ ਸਨਮੁਖ ਚੱਲਿਓ। ਆ ਜਿਹੜਾ ਲਾਹੌਰ ਸ਼ਹਿਰ ਹੈ ਉਧਰ ਨੂੰ ਸਾਹਮਣੇ ਨੂੰ ਮੁਖ ਕਰਕੇ ਚੱਲ ਪਿਆ ਹੈ। ਸ੍ਰੀ ਨਾਨਕ ਕੋ ਧਿਆਏ। ਗੁਰੂ ਨਾਨਕ ਸਾਹਿਬ ਜੀ ਦਾ ਨੂੰ ਧਿਆ ਕੇ ਜਾਨੀ ਅਰਦਾਸ ਕਰਕੇ ਨਿਸ਼ਾਨੀ ਛੰਦ ਗਮਨਿਓ ਮਾਰਗ ਕਾਜ ਹਿਤ। ਇਸ ਤਰ੍ਹਾਂ ਕਹਿੰਦੇ ਗਹਿਣੇ ਲਿਆਉਣ ਦਾ ਕੰਮ ਕਰਨ ਵਾਸਤੇ ਰਸਤੇ ਵਿੱਚ ਚੱਲਿਆ। ਤਟ ਆਏ ਵਿਪਾਸਾ। ਜਦੋਂ ਚਲਦਾ ਚਲਦਾ ਬਿਆਸਾ ਨਦੀ ਦੇ ਕਿਨਾਰੇ ਆਇਆ। ਹੁਤੇ ਘਾਟ ਪਰ ਲੋਕ ਤਹਿ। ਉੱਥੇ ਕਹਿੰਦੇ ਪੱਤਣ ਉੱਪਰ ਘਾਟ ਉੱਪਰ ਬੜੇ ਲੋਕ ਇਕੱਠੇ ਹੋਏ ਪਏ। ਬੂਝਿਓ ਤਿੰਨ ਪਾਸਾ। ਉਹ ਜਿਹੜੇ ਘਾਟ ਤੇ ਲੋਕ ਸੀ ਉਹਨਾਂ ਦੇ ਕੋਲੋਂ ਪੁੱਛਦੇ ਆ, ਗੋਇੰਦਵਾਲ ਸਮੀਪ ਇਹੋ। ਕਹਿੰਦੇ ਆ ਜਿਹੜਾ ਗੋਇੰਦਵਾਲ ਹੈ ਇਹਦੇ ਨੇੜੇ ਹੀ ਡੇਰਾ ਕਿਨ ਘਾਲਾ। ਇਹ ਵੀ ਦੱਸੋ ਕਿਹਨੇ ਆ ਡੇਰਾ ਪਾਇਆ, ਕਿਹਨੇ ਤੰਬੂ ਲਾਏ ਹੋਏ ਹੈ। ਲਾਗਤ ਹੈ ਤੰਬੂ ਅਬ ਹੈ। ਹੁਣ ਕਹਿੰਦੇ ਆ ਤੰਬੂ ਲੱਗ ਹੀ ਰਿਹਾ ਗੋਇੰਦਵਾਲ ਦੇ ਘਾਟ ਤੇ ਪੱਤਨ ਤੇ। ਜਿਹ ਸ਼ੋਭ ਵਿਸਾਲਾ। ਜਿਹ ਸ਼ੋਭ ਵਿਸਾਲਾ। ਜਿਨ੍ਹਾਂ ਤੰਬੂਆਂ ਦੀ ਬੜੀ ਸ਼ੋਭਾ ਚੰਗੇ ਕਰਿਓ ਬਤਾਵਨ ਤਿਨਹੋ ਤਬ। ਉਹਨਾਂ ਲੋਕਾਂ ਨੇ ਕਹਿੰਦੇ ਮੈਨੂੰ ਦੱਸ ਦੇਣਾ ਕੀਤਾ। ਹਜ਼ਰਤ ਕੀ ਦਾਰਾ। ਜਿਹੜਾ ਜਹਾਂਗੀਰ ਪਾਤਸ਼ਾਹ ਦੀਆਂ ਘਰ ਵਾਲੀਆਂ ਬੇਗਮਾਤ ਆਗਵਨ ਭਾ। ਜਿਹੜੀਆਂ ਬੇਗਮਾਂ ਉਹਨਾਂ ਦਾ ਕਹਿੰਦੇ ਆਉਣਾ ਹੋ ਰਿਹਾ ਤਿਹ ਸਿਵਰ ਉਤਾਰਾ। ਉਹਨਾਂ ਦਾ ਇੱਥੇ ਕਹਿੰਦੇ ਡੇਰਾ ਲੱਗਣਾ, ਤੰਬੂ ਲੱਗਣੇ। ਅਬਲੋ ਨਹਿ ਪ੍ਰਾਪਤ ਭਈ। ਉਹ ਬੇਗਮਾਂ ਪਿੱਛੇ ਆਉਂਦੀਆਂ ਹੁਣ ਤੱਕ ਕਹਿੰਦੇ ਆਈਆਂ ਨਹੀਂ ਹੈ। ਆਵਤ ਹੈ ਪਾਛੇ। ਉਹ ਵੀ ਪਿੱਛੇ ਪਿੱਛੇ ਆਉਂਦੀਆਂ ਹਨ। ਤਿਆਰੀ ਪੂਰਬ ਹੀ ਕਰਤ। ਇਸ ਕਰਕੇ ਅਸੀਂ ਲੋਕ ਕਹਿੰਦੇ ਉਹਨਾਂ ਤੋਂ ਆਉਣ ਤੋਂ ਪਹਿਲਾਂ ਇਹ ਸਾਰੀ ਤਿਆਰੀ ਕਰ ਰਹੇ ਹਾਂ। ਥਲ ਸੋਧਤ ਆਛੇ। ਚੰਗੀ ਤਰ੍ਹਾਂ ਇਹ ਥਾਂ ਨੂੰ ਸਾਫ਼ ਸੁਥਰਾ ਕਰ ਰਹੇ ਹਾਂ। ਸੁਨ ਹਰਖਿਓ ਪਰਖਿਓ ਤਬ ਹੈ। ਵਿਧੀ ਚੰਦ ਸੁਣ ਕੇ ਬਹੁਤ ਖੁਸ਼ ਹੋ ਗਿਆ, ਤਦੋਂ ਪਰਖ ਲਿਆ। ਕਾਰਜ ਬਨ ਆਵੇ। ਇਹ ਤਾਂ ਇੱਥੇ ਗੋਇੰਦਵਾਲ ਦੇ ਘਾਟ ਹੀ ਕੰਮ ਬਣ ਜਾਊਗਾ। ਬੇਗਮਪੁਰ ਤੇ ਵਹਿ ਰਹੀ। ਕਿਉਂਕਿ ਜਿਹੜੀਆਂ ਜਹਾਂਗੀਰ ਦੀਆਂ ਬੇਗਮਾਂ ਉਹ ਲਾਹੌਰ ਸ਼ਹਿਰ ਤੋਂ ਬਾਹਰ ਹੀ ਨੀਕੀ ਵਿਦ ਪਾਵੇ। ਆਦਾ ਚੰਗੀ ਵਿਧੀ ਪਾਈ ਹੈ, ਇੱਥੇ ਲੁੱਟ ਲਾਂਗੇ। ਰਹਿਓ ਤਹਾਂ ਕਰ ਘਾਤ ਕੋ। ਇਸ ਤਰ੍ਹਾਂ ਕਹਿੰਦੇ ਉੱਥੇ ਦਾ ਘਾ ਲਾਉਣ ਵਾਸਤੇ ਟਿਕ ਰਿਹਾ ਗੋਇੰਦਵਾਲ ਦੇ ਘਾਟ ਤੇ। ਦਿਨ ਟਾਰਨ ਕੀਨਾ। ਸਾਰਾ ਦਿਨ ਉੱਥੇ ਘਾਟ ਤੇ ਪੱਤਨ ਤੇ ਲੰਘਾ ਦਿੱਤਾ। ਰਵ ਅਸਤਿਓ ਫੈਲਿਓ ਤਿਮਰ। ਸੂਰਜ ਛਿਪ ਗਿਆ, ਹਨੇਰਾ ਫੈਲ ਗਿਆ ਸਭ ਤਰਫ।
ਨਿਸ ਚੰਦ ਬਹੀਨਾ ਜਿਹੜਾ ਰਾਤ ਸੀ ਕਹਿੰਦੇ ਚੰਦਰਮਾ ਤੋਂ ਬਗੈਰ ਸੀ, ਜਾਨੀ ਮਸਿਆ ਦੀ ਰਾਤ ਹੈ ਸੀ। ਦੇਖਤ ਦਾਵ ਵਿਚਾਰਤ ਹਾਂ ਦੇਖਦਾ ਦਾ ਕਾ ਸੋਚਦਾ ਵਿਚਾਰਦਾ, ਬੇਗਮ ਢਿਗ ਜਾਣੇ ਕਿਵੇਂ ਬੇਗਮ ਕੋਲ ਜਾਈਏ। ਖਰੇ ਪਾਹਰੂ ਚੌਹ ਦਿਸ਼ਨ ਦੇਖਦਾ ਵਿਦੇ ਵਿਚਾਰ ਛਪੇਰੇ ਤਾਂ ਪਹਿਰੇਦਾਰ ਖੜੋਤੇ, ਬਨ ਕਰ ਸਾਵਧਾਨੇ ਸਾਵਧਾਨ ਕਰਕੇ ਪੂਰੇ ਸਤਰਕ ਹੋ ਕੇ ਖੜੋਤੇ, ਬਰਸ਼ੇ ਬੁਰਸ਼ੇ ਲੈ ਕੇ ਨਹਿ ਪ੍ਰਵੇਸ਼ ਵਿੱਚ ਹੋਏ ਸਕ ਹੈ। ਵਿਚਾਰਦਾ ਵਿਦੇ ਚੰਦ ਵੀ ਆ ਪਹਿਰੇਦਾਰ ਦੇ ਹੁੰਦਿਆਂ ਤਾਂ ਵਿੱਚ ਨਹੀਂ ਵੜ ਸਕਦੇ ਹਾਂ, ਅਵਕਾਸ਼ ਨ ਪਾਵੈ ਕਿਉਂਕਿ ਇੱਥੇ ਤਾਂ ਹੁਣ ਸਮਾਂ ਨਹੀਂ, ਵੇਲ ਨਹੀਂ ਮਿਲਦਾ, ਮੌਕਾ ਨਹੀਂ ਮਿਲਦਾ ਹੈ। ਆਪਸ ਮਹਿ ਬੋਲਤ ਰਹੇ ਕਿਉਂਕਿ ਪਹਿਰੇਦਾਰ ਰਾਤ ਨੂੰ ਆਪੋ ਵਿੱਚ ਹੀ ਬੋਲਦੇ ਚਲਦੇ ਰਹੇ। ਇੱਕ ਦੂਤੀਏ ਜਗਾਵੈ ਜੇ ਕੋਈ ਮਾੜਾ ਮੋਟਾ ਸੌਂਦਾ ਇੱਕ ਦੂਸਰੇ ਨੂੰ ਜਗਾਈ ਜਾਂਦਾ, ਉਹ ਸੌ ਨਾ ਜਾਈ। ਤਰਾਸ ਪਾਏ ਤਸ ਕਰਨ ਕੋ ਕੋਈ ਚੋਰ ਨਾ ਆ ਜਾਣ, ਉਹਨਾਂ ਦਾ ਡਰ ਜਾ ਪੈ ਕੇ ਗਹਿ ਸੇ ਪਰ ਕਿਰਪਾਨਾ ਕਿਰਪਾਨਾਂ ਤੇ ਢਾਲਾਂ ਪਹਿਰੇਦਾਰਾਂ ਨੇ ਫੜੀਆਂ ਤੇ ਜਾਗਰੇ ਤੇ ਜਗਾਰੇ ਇੱਕ ਦੂਸਰੇ ਨੂੰ। ਖਰੇ ਰਹੇ ਚੌਹ ਦਿਸ਼ਨ ਭਟ ਚਾਰੇ ਤਰਫੀ ਕਹਿੰਦੇ ਉਹ ਖੜੇ ਰਹੇ ਆ, ਉਹ ਜਿਹੜੇ ਸੂਰਵੀਰ ਹਨ। ਨਹਿ ਆਲਸ ਠਾਨਾ ਕਿਸੇ ਨੇ ਕਹਿੰਦੇ ਸਾਰੀ ਆਲਸ ਕੋਈ ਆਲਸੀ ਨਹੀਂ ਕੀਤਾ, ਰਹਿਓ ਤਕਾਵਤ ਦਾਵ ਕੋ ਮੈਂ ਕਹਿੰਦੇ ਸਾਰੀ ਰਾਤ ਹੀ ਦਾ ਕੌਣ ਲਾਉਣ ਵਾਸਤੇ ਤੱਕਦਾ ਰਿਹਾ। ਅਵਕਾਸ਼ ਨਿਹਾਰੈ ਮੈਂ ਬੇਮੌਕਾ ਵੇਖ ਰਿਹਾ, ਬੇਗਮ ਲਗ ਪਹੁੰਚਿਓ ਨਾ ਹਾਂ ਬੇਗਮ ਤੱਕ ਪਹੁੰਚਿਆ ਨਹੀਂ ਗਿਆ। ਕਿਮ ਵਿਦ ਆਦਿਕ ਵਿਚਾਰੈ ਵਿਦ ਅਨਕ ਅਧਿਕ ਵਿਚਾਰੈ ਤਰ੍ਹਾਂ ਤਰ੍ਹਾਂ ਦੀਆਂ ਜਗਤੀਆਂ ਤਰੀਕੇ ਵਿਚਾਰਦਾ। ਤੀਨ ਪਹਿਰ ਬੀਤੀ ਨਿਸਾ ਇਸ ਤਰ੍ਹਾਂ ਕਹਿੰਦੇ 3 ਪਹਿਰ 9 ਘੰਟੇ ਰਾਤ ਲੰਘ ਗਈ। ਸਭ ਜਾਗ ਪਰੇ ਹੈ ਵੀਰੀ ਤਰਕਾ ਹੋਣ ਤੋਂ ਸਾਰੇ ਜਾਗ ਪਏ 4 ਵਜੇ। ਚੱਲਨ ਪੰਥ ਬਿਨ ਕਾਮ ਤੇ ਕਈ ਦਿਨੇ ਬੜੀ ਤਪਸ਼ ਹੋ ਜਾਊਗੀ, ਬਿਨਾ ਧੁੱਤੋਂ ਰਸਤੇ ਸਵਖਤੇ ਚੱਲਣ ਲਈ ਤਿਆਰ ਖਰੇ ਹੈ। ਔਰ ਕਹਿੰਦੇ ਬੇਗਮਾਂ ਸਹਿ ਤਿਆਰ ਹੋ ਕੇ ਖੜਿਆ ਹੋ ਗਏ। ਬੇਗਮ ਜਾਗੀ ਤਿਸੀ ਛਿਨ ਉਸੇ ਸਮੇਂ ਜਿਹੜੀ ਬੇਗਮ ਵੱਡੀ ਸੀ ਉਹ ਵੀ ਜਾਗ ਪਈ। ਈਨਸ ਨਿਜ ਤਿਆਰੀ ਉਹਨੇ ਵੀ ਆਪਣੀ ਚੱਲਣ ਦੀ ਤਿਆਰੀ ਜੀ ਕਰ ਲਈ। ਹਥਨੀ ਤੁੰਗ ਬਿਲੰਦ ਇੱਕ ਕਹਿੰਦੇ ਵੱਡੀ ਸਾਰੀ ਉੱਚੀ ਇੱਕ ਜਿਹੜੀ ਹਥਨੀ ਜੀ ਹੈ ਸੀ, ਤਿਸ ਪਰ ਅੰਬਾਰੀ ਉਹਦੇ ਉੱਪਰ ਕਹਿੰਦੇ ਅੰਬਾਰੀ ਰੱਖੀ ਹੋਈ ਸੀ। ਕੰਚਨ ਕੀ ਦਮਕਤ ਮਹਿਦ ਵਾਰੀ ਨੂੰ ਕਹਿੰਦੇ ਚੰਗਾ ਸੋਨਾ ਸੋਨਾ ਲੱਗਿਆ ਸੀ, ਬੜੀ ਦਮਕਾ ਮਾਰਦੀ ਸੀ। ਨਗ ਜਰੇ ਵਿਸਾਲੇ ਜਿਹਦੇ ਪਾਲਕੀ ਨਾਲ ਨਗ ਨੂੰ ਬੜੇ ਸੁੱਚੇ ਜੜੇ ਹੋਏ ਸੀ। ਜਰੀ ਸਰਾਤਨ ਤੇ ਅਧਿਕ ਜਰੀ ਸਤਾਰਨ ਤੇ ਅਧਿਕ ਹਾਂ ਜਰੀਦਾਰ ਹੋਰ ਜਿਹੜੇ ਸਤਾਰੇ ਸਤੂਰੇ ਉਹਨਾਂ ਦੇ ਕਰਕੇ ਬਹੁਤ ਹੀ ਸੁੰਦਰ ਸ਼ੋਭ ਢਾਲੇ ਬੜੀ ਚੰਗੀ ਸੋਹਣੇ ਢੰਗ ਤਰੀਕੇ ਦੀ ਬਣਾਈ ਹੋਈ ਸੀ। ਬੇਗਮ ਹੇਤ ਅਰੂਢ ਨੇ ਕਹਿੰਦੇ ਉਹ ਬੇਗਮ ਦੇ ਉੱਪਰ ਅਸਵਾਰ ਹੋਣ ਵਾਸਤੇ ਸੋ ਨਿਕਟ ਮੰਗਾਈ। ਉਹ ਜਿਹੜੀ ਹਥਨੀ ਅੰਬਾਰੀ ਵਾਲੀ ਉਹ ਮਹੱਤਾ ਨੇ ਨੇੜੇ ਮੰਗਵਾਈ। ਸੰਪਟ ਮਹਿ ਜੇਵਰ ਧਰੇ ਹਾਂ ਕਹਿੰਦੇ ਬੇਗਮ ਨੇ ਆਪਣੇ ਗਹਿਣੇ ਜੇ ਲਾ ਕੇ ਉਹ ਡੱਬੇ ਵਿੱਚ ਰੱਖੇ ਹੋਏ ਸੀ। ਦਿਨ ਮਹਿ ਤਨ ਪਾਈ ਜਦੋਂ ਦਿਨ ਚੜ ਗਿਆ ਉਦੋਂ ਮੈਂ ਸਰੀਰ ਤੇ ਪਾਲਾਂ ਗਲ ਵਿੱਚ ਪਾ ਲਾਂਗੇ, ਹੁਣ ਰਾਤ ਨੂੰ ਕੀ ਕਰਨਾ ਹੈ। ਹਾਲਤ ਚਾਲਤ ਪੰਥ ਮਹਿ ਕਿਉਂਕਿ ਰਸਤੇ ਵਿੱਚ ਚਲਦਿਆਂ ਹਥਨੀ ਉੱਪਰ ਹਿਲਚੁਲ ਹੁੰਦੀ ਹੈ ਜਾਂ ਤੇ ਸੋ ਉਤਾਰੇ। ਇਸ ਕਰਕੇ ਉਹ ਬੇਗਮ ਨੇ ਕਹਿੰਦੇ ਗਹਿਣੇ ਜੇ ਲਾ ਦਿੱਤੇ ਹੀਰੇ ਮੁਕਤਾ ਗੁੱਛ ਵੱਡ ਜਿਨ੍ਹਾਂ ਗਹਿਣਿਆਂ ਵਿੱਚ ਹੀਰੇ ਤੇ ਮੋਤੀ ਆ ਹੋਰ ਬੜੇ ਗੁੱਛੇ ਆ, ਜਿਨ ਮੋਲ ਉਦਾਰੇ ਜਿਨ੍ਹਾਂ ਦਾ ਬੜਾ ਤਕੜਾ ਹੀ ਮੁੱਲ ਹੈ।
ਸੰਪਟ ਹੋਤੋ ਵਿਸਾਲ ਹੀ ਗਹਿਣਿਆਂ ਦਾ ਇੱਕ ਬਹੁਤ ਵੱਡਾ ਸਾਰਾ ਡੱਬਾ ਹੈ ਸੀ। ਕੰਚਨ ਕੋ ਚਾਰੂ ਕਹਿੰਦੇ ਉਹ ਵੀ ਡੱਬਾ ਸੋਨੇ ਦਾ ਸੁੰਦਰ ਬਣਿਆ ਹੋਇਆ ਸੀ। ਭਰ ਕਰ ਦਾਸੀ ਹਾਥ ਦੇ ਕਹਿੰਦੇ ਉਹ ਡੱਬਾ ਜਾ ਭਰ ਕੇ ਗਹਿਣਿਆਂ ਦਾ ਦਾਸੀ ਦੇ ਹੱਥ ਵਿੱਚ ਫੜਾਤਾ ਬੇਗਮ ਨੇ। ਬੇਗਮ ਅਸਵਾਰੂ ਬੇਗਮ ਕਹਿੰਦੇ ਹਥਨੀ ਤੇ ਅਸਵਾਰ ਹੋ ਗਈ, ਚੜ ਬੈਠੀ। ਚੜ ਹਥਨੀ ਪਰ ਸੋ ਲਿਓ ਬੇਗਮ ਨੇ ਹਥਨੀ ਉੱਪਰ ਚੜ ਕੇ ਉਹ ਜਿਹੜਾ ਡੱਬਾ ਜਾ ਗਹਿਣਿਆਂ ਦਾ ਦਾਸੀ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ। ਗੁਰੂ ਤਾਰ ਰਾਖਾ ਇਸ ਤਰ੍ਹਾਂ ਪੁੱਟਾਂ ਦੇ ਵਿੱਚ ਦੀ ਕਰਕੇ ਰੱਖ ਲਿਆ। ਵਿਧੀ ਚੰਦ ਮਿਲ ਨਰਨ ਮੈਂ ਇਧਰ ਵਿਧੀ ਚੰਦ ਕਹਿੰਦੇ ਉਹ ਲੋਕਾਂ ਵਿੱਚ ਹੀ ਮਿਲ ਜੁਲ ਗਿਆ। ਵੇਖ ਧਾਰ ਅਬਿਲਾਖਾ ਵੇਖ ਕੇ ਵੀ ਗਹਿਣੇ ਲਿਜਾਣੇ ਆਪਾਂ ਬਣਿਆ ਬਣਾਇਆ ਉੱਚਾ ਨਾ ਧਾਰ ਕੇ ਸਭ ਇਕੱਤਰ ਜੇਵਰ ਲਖੇ। ਵਿਧੀ ਚੰਦ ਨੇ ਜਾਣ ਲਿਆ ਵੀ ਬੇਗਮ ਨੇ ਤਾਂ ਸਾਰੇ ਗਹਿਣੇ ਇਕੱਠੇ ਕਰਕੇ ਰੱਖ ਲਏ। ਹਰਖਿਓ ਬੁੱਧਵਾਨਾ ਬੁੱਧੀਵਾਨ ਫਿਰ ਬਹੁਤ ਖੁਸ਼ ਹੋ ਵੀ ਗੱਲ ਬਣ ਗਈ। ਲੈ ਹੋ ਸੰਪਟ ਪੰਥ ਮੈਂ ਕਹਿੰਦਾ ਵਾ ਹੁਣ ਜਦੋਂ ਰਸਤੇ ਜਾਣਗੇ ਨਾ ਹਨੇਰਾ ਜਾਊ, ਰਸਤੇ ਵਿੱਚ ਜਾਂਦਿਆਂ ਜਾਂਦਾ ਡੱਬਾ ਪਾ ਲੈ ਲੈਣਾ। ਦਿੜ ਚਿਤ ਮਨ ਠਾਨਾ ਮਨ ਵਿੱਚ ਪੱਕਾ ਧਾਰ ਲਿਆ ਵੀ ਹੁਣ ਨਹੀਂ ਜਾਣ ਦੇਣਾ। ਕਿਤਕ ਅਖਾਰੀ ਚੱਲ ਪਰੇ ਕੁਝ ਜਿਹੜੇ ਦਾਸ ਪਹਿਰੇਦਾਰ ਅੱਗੇ ਅੱਗੇ ਚੱਲ ਪਏ। ਮਗ ਮਹਿਨਾਰ ਲਾਰਾ ਕਹਿੰਦੇ ਲੋਕਾਂ ਦਾ ਰਸਤੇ ਵਿੱਚ ਕਹਿੰਦੇ ਲਾਰਾ ਲੱਗਿਆ ਜਾਂਦਾ ਹੈ। ਹੋਏ ਨ ਚਿੰਤ ਗਵਨੇ ਸਕਲ ਸਾਰੇ ਪਹਿਰੇਦਾਰ ਐਨ ਬੇਫਿਕਰ ਹੋ ਗਏ, ਚੱਲ ਪਏ। ਔਰ ਤਰਾਸ ਵਿਸਾਰਾ ਹਿਰਦੇ ਵਿੱਚ ਡਰ ਭੁਲਾਤਾ ਵੀ ਤਾਂ ਸੁੱਤਿਆਂ ਨੂੰ ਕਿਸੇ ਨੇ ਲੁੱਟਣਾ, ਹੁਣ ਜਾਗਦਿਆਂ ਨੂੰ ਕੀ ਨਹੀਂ ਕਰਨਾ। ਵਿਧੀ ਚੰਦ ਕਰ ਦ੍ਰਿਸ਼ਟ ਮਹਿ ਇਧਰ ਵਿਧੀ ਚੰਦ ਨੇ ਬੇਗਮ ਨੂੰ ਆਪਣੀ ਨਿਗਾਹ ਵਿੱਚ ਕਰ ਲਿਆ ਹੈ। ਬੇਗਮ ਅਸਵਾਰੀ ਜਿੱਥੇ ਬੇਗਮ ਦੀ ਹਥਨੀ ਉੱਪਰ ਸਵਾਰੀ ਜੀ ਕੀਤੀ ਹੈ। ਚੱਲਿਓ ਸੰਗ ਚਾਹਤ ਲਿਓ ਵਿਧੀ ਚੰਦ ਵੀ ਨਾਲ ਹੀ ਚੱਲ ਪਿਆ ਤੇ ਉਹ ਡੱਬਾ ਜਾ ਲੈਣਾ ਚਾਹੁੰਦਾ ਹੈ। ਜੇਵਰ ਮੁੱਲ ਭਾਰੀ ਜਿਹੜੇ ਗਹਿਣੇ ਭਾਰੀ ਤਕੜੇ ਮੁੱਲ ਦੇ ਨੇ। ਦਰ ਤਜਨ ਹਿਤ ਟਿਕ ਗਇਓ ਕਹਿੰਦੇ ਜਿਹੜਾ ਨਾਲ ਪਹਿਰੇਦਾਰ ਜਿਹਾ ਸੀ ਨਾ ਉਹ ਪਿਸ਼ਾਬ ਕਰਨ ਵਾਸਤੇ ਕਹਿੰਦੇ ਉਹ ਕਿਤੇ ਬੈਠ ਗਿਆ। ਜੋ ਹਥਨੀ ਪਾਛੇ ਜਿਹੜਾ ਹਥਨੀ ਦੇ ਪਿੱਛੇ ਪਿੱਛੇ ਕੋਈ ਪਹਿਰੇਦਾਰ ਆ ਰਿਹਾ। ਦਾਵ ਜਾਨ ਅਵਕਾਸ਼ ਲਹਿ ਉਸੇ ਵੇਲੇ ਕਹਿੰਦੇ ਸਮਾਂ ਜਾਣ ਕੇ ਤੇ ਦਾ ਲਾਉਣ ਵਾਸਤੇ ਵੀ ਅਬ ਲੇਵੋ ਆਛੇ। ਚੰਨੇ ਸੋਚਿਆ ਵੀ ਹੁਣ ਮੈਂ ਚੰਗੀ ਤਰ੍ਹਾਂ ਲਾਲਾ ਛਾਲ ਜੀ ਮਾਰ ਕੇ ਤਿਹ ਸਮ ਬਨ ਹੋਇਓ ਨਿਕਟ ਜਿਵੇਂ ਉਹ ਕਹਿੰਦੇ ਉਹ ਪਿੱਛੇ ਪਹਿਰੇਦਾਰ ਹੋਇਆ ਸੀ ਉਹਦੇ ਸਮਾਨ ਦੇ ਉਹਦੇ ਵਰਗਾ ਹੋ ਕੇ ਪਿੱਛੇ ਹੋ ਗਿਆ ਹਥਨੀ ਤੇ। ਬੋਲਤ ਤਿਸ ਜੈਸੇ ਜਿਵੇਂ ਉਹ ਬੋਲਦਾ ਸੀ ਹਥਨੀ ਦਾ ਪਹਿਰੇਦਾਰ ਉਵੇਂ ਵਿਧੀ ਚੰਦ ਬੋਲਣ ਲੱਗ ਪਿਆ। ਲਾਸ ਗਹੀ ਦਿਡ ਹਾਥ ਮੈਂ ਰੱਸਾ ਜਾ ਕਹਿੰਦੇ ਲਾਹ ਜੀ ਐ ਚੰਗੀ ਤਰ੍ਹਾਂ ਮਜ਼ਬੂਤ ਕਰਕੇ ਹੱਥਾਂ ਵਿੱਚ ਫੜ ਲਈ। ਜੋ ਹਨ ਕਰ ਤੈਸੇ ਚੰਗੀ ਤਰ੍ਹਾਂ ਉਹਨੂੰ ਜੋਇਆ ਜੂਏ ਟੁੱਟ ਭਟ ਜਾਣ ਵਾਲੀ ਤਾਂ ਨਹੀਂ ਹੈ ਕਿਤੇ। ਭੁਜ ਬਲ ਤੇ ਆਰੂਢ ਕਰ ਬਾਹਾਂ ਦੇ ਬਲ ਦੇ ਨਾਲ ਕਹਿੰਦੇ ਹਥਨੀ ਤੇ ਪਿੱਛੇ ਚੜ ਗਿਆ ਵਿਧੀ ਚੰਦ। ਅੰਤਰ ਕਰ ਘਾਲਾ ਜਿੱਥੇ ਉਹ ਭਾਰੀ ਜੀ ਸੀ ਉਹਦੇ ਵਿੱਚ ਹੱਥ ਜਾ ਪਾਇਆ। ਲੰਘਿਓ ਜਾਏ ਸਪੁੰਟ ਜਹਾ ਜਿੱਥੇ ਕਹਿੰਦੇ ਉਹ ਡੱਬਾ ਪਿਆ ਸੀ ਉੱਥੇ ਜਾ ਕੇ ਵਿਧੀ ਹੰਸ ਦਾ ਹੱਥ ਵੱਜਿਆ ਹੈ। ਗਹਿ ਖੈਚ ਨਿਕਾਲਾ ਫੇਰ ਕੀ ਆ ਚਾਟੀ ਖਿੱਚ ਕੇ ਕਹਿੰਦੇ ਬਾਹਰ ਕੱਢ ਲਿਆ। ਬਿਸਮਤ ਬੇਗਮ ਬੋਲਤੀ ਬੇਗਮ ਹੈਰਾਨ ਜੀ ਪਰੇਸ਼ਾਨ ਹੋਏ ਲੱਗੀ ਬੋਲਣ। ਕੋ ਹੈ ਤੂੰ ਕੋ ਹੈ ਕਹਿੰਦੇ ਉਹ ਭਾਈ ਤੂੰ ਕਿਹੜਾ ਹੈ ਕਿਹੜਾ ਹੈ। ਲੇਵਤ ਹੀ ਉਤਰਿਓ ਤਰੇ ਇਧਰ ਵਿਧੀ ਚੰਦ ਡੱਬਾ ਲੈ ਕੇ ਝੱਟ ਕਹਿੰਦੇ ਛਾਲ ਪਾ ਕੇ ਪਿੱਛੋਂ ਉਤਰ ਗਈ। ਕਰ ਛਾਰ ਉੱਚੇ ਹੋਏ ਕਹਿੰਦੇ ਉੱਚੀ ਦੇ ਕੇ ਛਾਲ ਮਾਰੀ ਕਿਧਰੇ ਗਿਆ ਪੁੱਤਰੇ ਬਾਜ ਗਿਆ। ਚੋਰ ਚੋਰ ਕੂਕੀ ਤਬ ਹੈ ਬੇਗ ਵੀ ਚੋਰ ਲੈ ਗਏ ਚੋਰ ਆ ਗਏ ਲੱਗੀ ਚਾਂਗਾ ਮਾਰਨ। ਦੌਰੇ ਨਰ ਆਏ ਹੋਰ ਜਿਹੜੇ ਪਹਿਰੇਦਾਰ ਸੀ ਉਹ ਭੱਜ ਕੇ ਆਏ ਬੇਗਮ ਵੱਲ। ਹਥਨੀ ਕੇ ਚੌਹ ਦਿਸ਼ ਫੇਰੇ ਕਹਿੰਦੇ ਹਥਨੀ ਦੇ ਚਾਰ ਸਵੇਰੇ ਫਿਰੇ ਤੁਰੇ ਪਹਿਰੇਦਾਰ। ਨਹਿ ਕੁਛ ਦਰਸਾਏ ਨਹੀਂ ਉਹਨਾਂ ਨੂੰ ਦੱਸਿਆ ਹਨੇਰੇ ਵਿੱਚ। ਵਿਧੀ ਚੰਦ ਕਰ ਸ਼ੀਗਰਤਾ ਇਧਰ ਵਿਧੀ ਚੰਦ ਨੇ ਬੜੀ ਫੁਰਤੀ ਕਰਕੇ ਤਜ ਮਗ ਤਤ ਕਾਲਾ ਜਿਹੜਾ ਰਸਤਾ ਸੀ ਉਹ ਛੱਡ ਗਿਆ ਬਾਣੀ ਪੈ ਗਿਆ।
ਸੰਪੁਟ ਦਿਦ ਸੰਭਾਰ ਕਰ ਡੱਬਾ ਜਿਹਾ ਚੰਗੀ ਤਰ੍ਹਾਂ ਮਜ਼ਬੂਤ ਕਰਕੇ ਸੰਭਾਲ ਲਿਆ ਹੈ। ਪਾਛੈ ਹਟ ਚਾਲਾ ਆ ਪਿੱਛੇ ਨੂੰ ਮੌਜ ਨਾਲ ਚੱਲ ਪਿਆ, ਛਲਾਂਗਾ ਲਾਉਂਦਾ। ਦੂਰ ਫਰਕ ਕੋ ਪਾਏ ਕਰ ਹਾਂ ਕਹਿੰਦੇ ਐਨ ਦੂਰ ਜਾ ਕੇ ਉਹਨਾਂ ਨੂੰ ਬਹੁਤਾ ਫਰਕ ਜਾ ਪਾ ਕੇ ਪ੍ਰਾਪਤੀ ਹੋਏ ਆਈ। ਇਹਨੇ ਨੂੰ ਕਹਿੰਦੇ ਸਵੇਰ ਹੋਏ ਆਈ। ਉਲੰਘ ਵਿਪਾਸਾ ਨਦੀ ਕੋ ਬਸ ਫੇਰ ਕੀ ਪਿਆਸਾ ਲੰਗੀ ਤੋਂ ਲੰਘ ਕੇ ਸਭ ਚਿੰਤ ਗਵਾਈ। ਸਾਰੀ ਚਿੰਤਾ ਗਵਾਤੀ। ਹੁਣ ਕਿਹੜਾ ਇੱਥੇ ਭੜੂਆ ਹੋਊਗਾ। ਤਮ ਮਹਿ ਨਰ ਇਤ ਉਤ ਫੇਰੇ ਉਧਰ ਕਹਿੰਦੇ ਹਨੇਰਾ ਸੀ, ਇਧਰ ਉਧਰ ਕਹਿੰਦੇ ਮਨੁੱਖ ਫਿਰੇ। ਮਗ ਨੇਰੇ ਨੇਰੇ ਹਾਂ ਨੇੜੇ ਨੇੜੇ ਰਸਤੇ ਵਿੱਚ ਫਿਰੇ ਹਨ। ਮਹਿ ਪਾਇਓ ਤਸਕਰ ਗਇਓ ਹਾਂ ਕਹਿੰਦੇ ਚੋਰ ਉਹਨਾਂ ਤੋਂ ਲੱਭਿਆ ਹੀ ਨਹੀਂ ਗਿਆ। ਵਿਸਮਾਏ ਕਨੇਰੇ ਹੋ ਗਈ ਹੈ ਵੀ ਕਮਾਲੀ। ਬੇਗਮ ਭਈ ਹੈਰਾਨ ਮਨ ਉਧਰ ਜਿਹੜੀ ਬੇਗਮ ਵੀ ਮਨ ਵਿੱਚ ਬੜੇ ਪਰੇਸ਼ਾਨ ਹੱਕਾ ਬੱਕਾ ਹੋ ਗਈ ਹੈ। ਅਸ ਚੋਰ ਨਹੇਰਾ ਅੱਜ ਤੱਕ ਇਹੋ ਜਿਹਾ ਚੋਰ ਨਹੀਂ ਕਿਤੇ ਦੇਖਿਆ। ਤੁਮ ਸਭ ਮਹਿ ਤੇ ਲੈ ਗਇਓ ਦੇਖ ਲੋ ਤੁਹਾਡੇ ਸਾਰੇ ਪਹਿਰਿਆਂ ਦਾਣਾ ਦੇ ਵੇਖਦਿਆਂ ਵੇਖਦਿਆਂ ਮੇਰੇ ਕੋਲੋਂ ਕਹਿੰਦੇ ਡੱਬਾ ਲੈ ਕੇ ਚਲਿਆ ਗਿਆ। ਹੱਠ ਧਾਰ ਬਡੇਰਾ ਉਹਨੇ ਹੱਠ ਧਾਰਿਆ ਹੈ। ਸ੍ਰੀ ਸਤਗੁਰ ਗੁਣ ਗਾਵਤੋ ਇਧਰ ਵਿਧੀ ਚੰਦ ਮਹਾਰਾਜ ਦੇ ਗੁਣ ਗਾਉਂਦਾ ਹੋਇਆ ਆਨੰਦ ਉਪਜਾਵੇ ਆਨੰਦ ਵਿੱਚ ਪੈਦਾ ਕਰ ਰਿਹਾ ਹਿਰਦੇ ਵਿੱਚ। ਵਿਧੀ ਚੰਦ ਕਰਤਾਰਪੁਰ ਕਿਉਂ ਵਿਧੀ ਚੰਦ ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ ਮਾਰਗ ਕੋ ਆਵੇ ਰਸਤੇ ਵਿੱਚ ਚਲਿਆ ਆ ਰਿਹਾ ਹੈ। ਸੁਖ ਸੋ ਪਹੁੰਚਿਓ ਆਏ ਕਰ ਹਾਂ ਬੜੇ ਸੁਖ ਆਰਾਮ ਨਾਲ ਆ ਪੁੱਜਾ ਹੈ। ਪੁਰ ਵੇਖੈ ਪਰਵੇਸ਼ਾ ਕਰਤਾਰਪੁਰ ਦੇ ਵਿੱਚ ਆ ਪ੍ਰਵੇਸ਼ ਹੋਇਆ। ਗਇਓ ਮਹਿਲ ਜਹ ਨਾਨਕੀ ਜਿੱਥੇ ਮਾਤਾ ਨਾਨਕੀ ਜੀ ਦਾ ਮਕਾਨ ਸੀ ਉੱਥੇ ਚਲਿਆ ਗਿਆ। ਆਨੰਦ ਵਿਸੇਖਾ ਬੜੇ ਆਨੰਦੇ ਸਹਿਤ ਸੁੰਦਰ ਸੰਪੁਟ ਹੇਮ ਕੋ ਸੋਹਣੇ ਜਿਹੜੇ ਗਹਿਣਿਆਂ ਦਾ ਡੱਬਾ ਦੇਖ ਕੇ ਧਰ ਦੀਨ ਅਗਾਰੀ ਉਹ ਮਾਤਾ ਨਾਨਕੀ ਜੀ ਅੱਗੇ ਬਣਾ ਸਵਾਰ ਕੇ ਰੱਖ ਦਿੱਤਾ। ਹਾਥ ਜੋੜ ਕਰ ਬੰਦਨਾ ਫਿਰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਮਾਤਾ ਨਾਨਕੀ। ਸਭ ਗੇਰਾ ਉਚਾਰੀ ਸਾਰੀ ਗੱਲਬਾਤ ਕਹਿ ਦਿੱਤੀ। ਮਾਤਾ ਜੀ ਆ ਲੈ ਲਓ ਡੱਬਾ। ਮਾਤਾ ਕਰੀ ਸਹਾਇਤਾ ਇਹ ਮਾਤਾ ਜੀ ਇਹ ਕਾਰਜ ਕਰਨ ਵਿੱਚ ਤੁਸੀਂ ਸਹਾਇਤਾ ਮਦਦ ਕੀਤੀ ਹੈ। ਇਹ ਭੂਖਨ ਆਨੇ ਇਹ ਤੁਹਾਡੀ ਸਹਾਇਤਾ ਨਾਲ ਮੈਂ ਗਹਿਣੇ ਲੈ ਆਂਦੇ। ਬੇਗਮ ਡੇਰਾ ਨਿਕਟ ਹੀ ਆ ਜਿਹੜੀਆਂ ਬੇਗਮਾਂ ਦਾ ਉਹਨਾਂ ਦਾ ਡੇਰਾ ਟਿਕਾਣਾ ਤਾਂ ਨੇੜੇ ਹੀ ਹੈ ਸੀ। ਮਿਲ ਗਇਓ ਮਹਾਨੇ ਹਾਂ ਬੜੀ ਛੇਤੀ ਕਹਿੰਦੇ ਨੇੜੇ ਹੀ ਮਹਾਨ ਮਿਲ ਗਿਆ। ਸਿੱਖਨ ਕੇ ਕਾਰਜ ਪੁਰਹੋ ਇਹ ਮਾਤਾ ਜੀ ਤੁਸੀਂ ਸਿੱਖਾਂ ਦੇ ਕੰਮ ਪੂਰੇ ਕਰ ਦਿੰਦੇ ਬਚਨ ਨਾਲ। ਜਹ ਕਹਾ ਸਹਾਈ ਜਿੱਥੇ ਕਿਥੇ ਸਹਾਈ ਹੋ ਕੇ ਰਾਖੋ ਮੇਰੀ ਲਾਜ ਨਿਤ ਹਮੇਸ਼ਾ ਵੀ ਮੇਰੀ ਤੁਸੀਂ ਇੱਜ਼ਤ ਰੱਖਦੇ ਹੋ। ਇਹ ਕਹਾ ਵਡਾਈ ਇਹ ਭਲਾ ਕੀ ਵੱਡੀ ਵਡਿਆਈ ਹੈ। ਇਹ ਐਵੇਂ ਹੀ ਹੈ ਕੰਮ। ਬਿਸਮਤ ਚਿਤ ਹੋਇ ਨਾਨਕੀ ਮਾਨਕੀ ਚਿਤ ਵਿੱਚ ਬੜੀ ਅਚਰਜੀ ਹੋ ਕੇ ਆਨੰਦ ਉਪਜਾਇਓ ਆਨੰਦ ਪੈਦਾ ਕੀਤਾ ਹੈ। ਚੋਰੀ ਮੈਂ ਆਤਸ਼ੈ ਚਤੁਰ ਵੀ ਇਹ ਜੇ ਕੰਮ ਕਰਨ ਵਿੱਚ ਬੜਾ ਹੀ ਚੁਸਤ ਚਲਾਕ ਹੈ। ਤੂਰਨ ਹੀ ਲਿਆਇਓ ਵੇਖ ਲੋ ਝੱਟ ਬਾਟੀਏ ਭਰਿਆ ਭਰਾਇਆ ਡੱਬਾ ਲੈ ਆਇਆ ਕਿਧਰੋਂ। ਦਾਸੀ ਸੰਗ ਬਖਾਨ ਕੈ ਹਾਂ ਜਿਹੜੀ ਘਰ ਦੀ ਦਾਸੀ ਸੀ ਉਹਦੇ ਸਾਥ ਕਹਿ ਕੇ ਸੰਪੁਟ ਖੁਲਵਾਇਓ ਜਿਹੜਾ ਡੱਬਾ ਜਾਏ ਮਾਤਾ ਨੇ ਖੁਲਵਾਇਆ ਹੈ। ਭਰਿਓ ਜਵਾਹਰ ਬ੍ਰਿੰਦ ਤੇ ਬਹੁਤੇ ਗਹਿਣਿਆਂ ਨਾਲ ਭਰਿਆ ਪਿਆ ਹੈ। ਜਗ ਮਗ ਚਮਕਾਇਓ ਜਗਮਗ ਕਰਕੇ ਉਹ ਚਮਕਦਾ ਦਮਕਦਾ ਮੁਕਤਾ ਗਨ ਕਰਨਾ ਭਰਨ ਹਾਂ ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਹਦੇ ਵਿੱਚ ਬਹੁਤੇ ਮੋਤੀ ਲੱਗੇ ਉਹ ਕੰਨਾਂ ਦੇ ਗਹਿਣੇ ਵੀ ਵੱਡ ਆਬ ਸੁਟਾਰੇ ਜਿਹੜੇ ਚੰਗੀ ਸ਼ੋਭਾ ਨਾਲ ਬੜੇ ਢਾਂ ਦੇ ਢਾਲੇ ਹੋਏ ਐ। ਸੀਸ ਫੂਲ ਹੀਰੇ ਜਰੇ ਸੀਸ ਫੁੱਲ ਸਿਰ ਦੇ ਗਹਿਣੇ ਜਿਨ੍ਹਾਂ ਵਿੱਚ ਹੀਰੇ ਜੜਤ ਕੀਤੇ ਜਿਨ ਮੋਲ ਉਦਾਰੇ ਇਹਨਾਂ ਦਾ ਕਹਿੰਦੇ ਬੜਾ ਤਕੜਾ ਮੁੱਲ ਹੈ। ਬੇਸਰ ਗਰ ਭੂਖਨ ਭਲੇ ਨੱਕ ਵਿੱਚ ਨੱਥ ਜੀ ਪਾਉਣ ਵਾਲੇ ਹੋਰ ਗਹਿਣੇ ਜਿਹੜੇ ਗਲਦੇ ਐ। ਅਰ ਹਾਥਨ ਕੇਰੇ ਹੋਰ ਜਿਹੜੇ ਕੋਈ ਹੱਥਾਂ ਚ ਪਾਏ ਜਾਂਦੇ ਛਾਪਾਂ ਛੱਲੇ ਜੇ ਦੇਖਤ ਦੇਤ ਪ੍ਰਮੋਦ
को। ਦੇਖਣ ਵਾਲੇ ਨੂੰ ਬੜਾ ਆਨੰਦ ਦਿੰਦੇ ਆ ਗਹਿਣੇ, ਦੁੱਤਵੰਤ ਵਡੇਰੇ ਕਿਉਂਕਿ ਬੜੇ ਸ਼ੋਭਾ ਵਾਲੇ ਆ। ਔਰ ਪ੍ਰਸੰਨ ਬਹੁ ਨਾਨਕੀ, ਮਾਤਾ ਤਾਂ ਗਹਿਣੇ ਦੇ ਕੇ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਹੋ ਗਈ ਹੈ। ਵਰ ਸੁੰਦਰ ਦੀਨੇ, ਵਿਧੀ ਚੰਦ ਨੂੰ ਬੜੇ ਸ੍ਰੇਸ਼ਟ ਵਰ ਦੇਣਾ ਸ਼ੁਰੂ ਕੀਤੇ। ਗੁਰ ਜਸ ਕੇ ਸੰਗ ਜਸ ਰਹੈ, ਵਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਦੇ ਜਸ ਦੇ ਨਾਲ ਤੇਰਾ ਵੀ ਜਸ ਬਣਿਆ ਰਹੇ। ਜਗ ਮਹਿ ਸੁਖ ਲੀਨੇ, ਤੂੰ ਵੀ ਸੰਸਾਰ ਦੇ ਵੀ ਸਾਰੇ ਸੁਖ ਲੈਂਦਾ ਰਹੇ। ਸਤ ਨਾਮ ਮਨ ਮਹਿ ਬਸ ਹੈ, ਤੇਰੇ ਸਤਨਾਮ ਵਾਹਿਗੁਰੂ ਮਨ ਵਿੱਚ ਬਸ ਰਸ ਜਾਏ। ਸਿੱਖੀ ਵੱਡ ਧਾਰੋ, ਤੂੰ ਵੀ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਮਹਾਨ ਸਿੱਖੀ ਨੂੰ ਧਾਰਨ ਕਰੇ। ਜਨਮ ਮਰਨ ਬੰਧਨ ਛੁਟ ਹੈ, ਜਨਮ ਮਰਨ ਦੇ ਤੇਰੇ ਜਿਹੜੇ ਬੰਧਨ ਉਹ ਛੁੱਟ ਜਾਣ। ਗੁਰ ਤੋਹੇ ਉਧਾਰੋ, ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡਾ ਤੇਰਾ ਵੀ ਉਧਾਰ ਕਰਨ। ਤੋਹੇ ਨਾਮ ਕੋ ਉਚਰ ਕਰ, ਵਿਧੀ ਚੰਦ ਤੇਰਾ ਵੀ ਕੋਈ ਨਾਂ ਲੈ ਕੇ ਰਿਪ ਤੇ ਜੈ ਪਾਵੇ। ਵਿਧੀ ਚੰਦ ਤੇਰਾ ਨਾਂ ਲੈ ਕੇ ਮੈਂ ਜੰਗ ਸ਼ੁਰੂ ਕਰਨੇ, ਕਹਿੰਦੇ ਉਹ ਫਤਿਹ ਪਾ ਲਵੇਗਾ। ਪੁਰਸ਼ਾਰਥ ਗੁਰ ਹਿਤ ਕਰੇ, ਬਈ ਗੁਰੂ ਮਹਾਰਾਜ ਦੇ ਵਾਸਤੇ ਤੂੰ ਇਹ ਸਾਰੇ ਪਰਪਕਾਰ ਵਾਸਤੇ ਉਦਮ ਹੀਲੇ ਕੀਤੇ। ਸਭ ਵਿਗਨ ਮਿਟਾਵੇ, ਇਸ ਕਰਕੇ ਸਤਿਗੁਰੂ ਸਾਰੇ ਤੇਰੇ ਵਿਗਨ ਮਟਾ ਦੇਣ। ਪਰ ਉਪਕਾਰੀ ਬਹੁ ਰਹਿਓ, ਤੂੰ ਬਈ ਬੜਾ ਵੱਡਾ ਪਰਪਕਾਰੀ ਹੋ ਰਿਹਾ ਹੈ। ਵਿਦਤਹਿ ਜਗ ਮਾਹੀ, ਤੂੰ ਤਾਂ ਵੀ ਆਉਣ ਵਾਲੇ ਸੰਸਾਰ ਵਿੱਚ ਬੜਾ ਪ੍ਰਗਟ ਹੋਵੇਗਾ। ਦੁਖ ਬਹੀਨ ਤਨ ਤੁਬ ਰਹੈ, ਤੇਰਾ ਸਰੀਰ ਵਿਧੀ ਚੰਦ ਬਿਨਾ ਦੁੱਖਾਂ ਤੋਂ ਰਹੇ ਨੀਰੋਗ। ਸਭ ਕਰੈ ਸਰਾਹੀ, ਸਾਰੇ ਲੋਕ ਤੇਰੇ ਕਰਤੱਬਾਂ ਨੂੰ ਦੇਖ ਕੇ ਸਲਾਹੁਤਾ ਕਰਨ। ਬਾਰ ਬਾਰ ਇਮ ਨਾਨਕੀ, ਮਾਤਾ ਨਾਨਕੀ ਜੀ ਨੇ ਮੁੜ ਮੁੜ ਕੇ ਆਸਿਖ ਬਹੁ ਦੀਨੇ, ਬੜੀਆਂ ਅਸ਼ੀਰਵਾਦਾਂ ਵਿਧੀ ਚੰਦ ਨੂੰ ਦਿੱਤੀਆਂ ਹਨ। ਆਗਿਆ ਲੈ ਕਰ ਮਾਤ ਤੇ, ਉਸ ਵੇਲੇ ਮਾਤਾ ਤੋਂ ਆਗਿਆ ਲੈ ਕੇ ਵਿਧੀ ਚੰਦ ਨੇ ਉਠ ਬੰਧਨ ਕੀਨੇ, ਕਹਿੰਦੇ ਨਮਸਕਾਰ ਕਰਕੇ ਉੱਠ ਪਿਆ ਹੈ। ਸ੍ਰੀ ਹਰਗੋਬਿੰਦ ਕੋ ਦਰਸ ਪੁਨ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਵਿਧੀ ਚੰਦ ਨੇ ਪੁਨ ਜਾਏ ਨਿਹਾਰਾ। ਫਿਰ ਕਹਿੰਦੇ ਜਾ ਵੇਖਿਆ ਹੈ। ਪਗ ਪੰਕਜ ਪਰ ਸੀਸ ਧਰ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਤੇ ਸ਼ੀਸ਼ ਰੱਖ ਕੇ ਪ੍ਰਸੰਗ ਉਚਾਰਾ। ਜਿਵੇਂ ਗਹਿਣੇ ਲੈ ਕੇ ਆਇਆ ਉਹ ਸਾਰਾ ਪ੍ਰਸੰਗ ਰਸਤੇ ਦਾ ਕਹਿ ਦਿੱਤਾ ਹੈ। ਮੁਸਕਾਨੇ ਗੁਣ ਖਾਨ ਸੁਨ, ਉਹਨਾਂ ਦੇ ਖਾਨ ਸਤਿਗੁਰੂ ਕਹਿੰਦੇ ਥੋੜਾ ਜਿਹਾ ਮੁਸਕਰਾਏ। ਸਨਮਾਨ ਬਿਠਾਇਓ, ਇਸ ਸਨਮਾਨ ਨਾਲ ਕਹਿੰਦੇ ਸਤਕਾਇਆ ਹੈ। ਤੋਬ ਸਮਤਾ ਨਹਿ ਕਿਸੂ ਮਹਿ, ਕਹਿੰਦੇ ਵੀ ਤੇਰੇ ਬਰੀ ਬਰਾਬਰੀ ਤਾਂ ਕਿਸੇ ਦੇ ਵਿੱਚ ਹੈ ਨਹੀਂ ਹੈ, ਕੋਈ ਕਰ ਨਹੀਂ ਸਕਦਾ ਹੈ। ਜਸ ਭਾਖ ਸੁਨਾਇਓ, ਵਿਧੀ ਚੰਦ ਦਾ ਜਸ ਕਹਿ ਕੇ ਸਭ ਦੇ ਸਾਹਮਣੇ ਸੁਣਾਇਆ। ਵਿਧੀ ਚੰਦ ਕੇ ਕਰਮ ਅਸ, ਵਿਧੀ ਚੰਦ ਦੇ ਐਸੇ ਕਰਤੱਵ ਹੈ। ਸੁਨ ਪਿਖ ਬਿਸਮਾਵੈ, ਵੇਖ ਕੇ ਸੁਣ ਕੇ ਚੱਜ ਹੁੰਦੇ। ਜਹਾਂ ਨ ਪਹੁੰਚਿਓ ਜਾਏ ਕਿਸ, ਜਿਸ ਜਗ੍ਹਾ ਤੇ ਕਿਸੇ ਤੋਂ ਨਹੀਂ ਪੁੱਜਿਆ ਜਾਂਦਾ ਹੈ ਤਤ ਛਿਨ ਤਹਿ ਜਾਵੇ। ਉੱਥੇ ਵੀ ਵਿਧੀ ਚੰਦ ਐਸਾ ਹੈ ਝਟਪਟ ਹੀ ਚਲਾ ਜਾਂਦਾ ਹੈ। ਇਸ ਤਰ੍ਹਾਂ ਇਹ ਵਿਧੀ ਚੰਦ ਦਾ ਜਿਹੜਾ ਪ੍ਰਸੰਗ ਕਵੀ ਸੰਤੋਖ ਸਿੰਘ ਨੇ ਸੋਹਣਾ ਛੰਦਾਵਲੀ ਵਿੱਚ ਲਿਖਿਆ ਹੈ ਉਹ ਆਪਾਂ ਪੜ੍ਹਿਆ ਸੁਣਿਆ ਵਿਚਾਰਿਆ ਹੈ। ਇਸ ਤੋਂ ਅੱਗੇ ਵਿਧੀ ਚੰਦ ਦੇ ਨਾਲ ਤਸਾ ਬਾਲੂ ਹਸਨਾ ਮਿਲਿਆ ਜੁੜਿਆ, ਜਿੱਥੋਂ ਇਹ ਉਦਾਸੀਆਂ ਦੇ ਅੱਗੇ ਚਾਰ ਧੂਮੇ ਚੱਲੇ, ਉਹਦੇ ਸੰਬੰਧ ਵਿੱਚ ਜਿਹੜਾ ਕੋਈ ਪ੍ਰਸੰਗ ਕਵੀ ਜੀ ਆਖਣਗੇ ਉਹ ਆਪਾਂ ਅਗਲੇ ਦੀਵਾਨਾਂ ਵਿੱਚ ਲੜੀਵਾਰ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਉੱਪਰ ਜਾ ਰਿਹਾ ਹੈ, ਇੱਥੇ ਹੀ ਸਮਾਪਤੀ ਕਰੀਏ। ਅਰਦਾਸ ਵੀ ਜੁੜੀਏ। ਵਿਧੀ ਚੰਦ ਕੇ ਕਰਮ ਅਸ, ਸੁਨ ਪਿਖ ਬਿਸਮਾਵੈ। ਜਹਾਂ ਨ ਪਹੁੰਚਿਓ ਜਾਏ ਕਿਸ, ਤਤ ਛਿਨ ਤਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ